ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੇ, ਗੁਰੂ ਸਵਾਰੇ, ਸਤਸੰਗੀ ਜਣੋ, ਰੋਜ਼ਾਨਾ ਦੀ ਤਰ੍ਹਾਂ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਲੈ ਕਰਕੇ ਹੀ ਪਾਤਸ਼ਾਹ ਜੀ ਦੇ ਚਰਨਾਂ ਕਮਲਾਂ ਵਿਖੇ ਹਾਜ਼ਰੀਆਂ ਲਵਾ ਰਹੇ ਹੋ। ਆਓ ਲੜੀਵਾਰ ਗੁਰਬਾਣੀ ਦੇ ਵਿਚਾਰ ਨਾਲ ਜੁੜਨਾ ਕਰੀਏ ਜੀ। ਆਪਾਂ ਲੜੀਵਾਰ ਕਥਾ ਮੁਤਾਬਕ 12 ਮਾਹਾਂ ਦੀ ਵਿਚਾਰ ਸਰਵਣ ਕਰ ਰਹੇ ਸੀ। ਕੱਲ ਆਪ ਜੀ ਨੇ ਮਾਘ ਮਹੀਨੇ ਦੇ ਪਵਿੱਤਰ ਸ਼ਬਦ ਦੀ ਵਿਚਾਰ ਸਰਵਣ ਕੀਤੀ। ਆਓ ਅਗਲਾ ਸ਼ਬਦ ਹੈ ਫਲ ਗੁਣ ਆਨੰਦ ਉਪਾਰਜਨਾ ਹਰ ਸੱਜਣ ਪ੍ਰਗਟਿਆਏ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਇਸ ਪਵਿੱਤਰ 12 ਮਾਹਾਂ ਦੀ ਰਚਨਾ, ਜਿੱਥੇ ਸੰਸਾਰੀ ਤੌਰ 'ਤੇ ਮਹੀਨਿਆਂ ਦੇ ਨਾਮ ਲਿਖੇ ਆ, ਉੱਥੇ ਵਿੱਚੇ ਹੀ ਬ੍ਰਹਮ ਗਿਆਨ ਵੀ ਭਰਿਆ ਹੈ, ਮਾਰਗਦਰਸ਼ਨ ਵੀ ਕੀਤਾ। ਆਓ ਇਹ ਸ਼ਬਦ ਦੀ ਵਿਚਾਰ ਕਰੀਏ, ਗੁਰੂ ਚਰਨਾਂ ਵਿੱਚ ਲਵਾਈਏ ਹਾਜ਼ਰੀਆਂ, ਗੁਰੂ ਕਾ ਬਖਸ਼ਿਆ ਫਤਿਹ ਦਾ ਨਾਅਰਾ ਕਰੀਏ, ਬੁਲੰਦ ਗੱਜ ਕੇ ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਫਲ ਗੁਣ ਆਨੰਦ ਉਪਾਰਜਨਾ ਹਰ ਸੱਜਣ ਪ੍ਰਗਟਿਆਏ। ਅਸੀਂ ਸ਼ਬਦ ਕਹਿੰਦੇ ਹਾਂ ਫੱਗਣ, ਪਰ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਇੱਥੇ ਲਿਖਿਆ ਫਲ ਗੁਣ। ਜਿਸ ਤਰ੍ਹਾਂ ਪਿੱਛੇ ਮਾਘ ਦੇ ਮਹੀਨੇ ਰਾਹੀਂ ਆਪਾਂ ਸਰਵਣ ਕੀਤਾ ਕਿ ਜਦੋਂ ਅਸੀਂ ਗੁਰੂ ਚਰਨਾਂ ਨਾਲ ਜੁੜਦੇ ਹਾਂ, ਗੁਰਸਿੱਖਾਂ ਦੀ, ਸਾਧੂਆਂ ਦੀ, ਨਾਮ ਜਪਣ ਵਾਲਿਆਂ ਦੀ ਸੰਗਤ ਕਰਦੇ ਹਾਂ, ਤਾਂ ਸਾਡੇ ਅੰਦਰ ਅਨੇਕਾਂ ਗੁਣ ਪੈਦਾ ਹੁੰਦੇ ਹਨ। ਜਿਸ ਤਰ੍ਹਾਂ ਇਹ ਬਸੰਤ ਰੁੱਤ ਚੱਲ ਰਹੀ ਹੈ, ਮਾਘ ਫੱਗਣ ਦੀ ਰੁੱਤ ਦੇ ਵਿੱਚ ਦਰਖਤਾਂ ਦੇ ਨਵੇਂ ਪੱਤੇ ਨਿਕਲਣੇ, ਨਵੀਆਂ ਟਾਹਣੀਆਂ ਨਿਕਲਣੀਆਂ, ਬਨਸਪਤੀ ਦਾ ਹਰਾ ਭਰਾ ਹੋਣਾ, ਕਿਉਂਕਿ ਸਿਆਲ ਚਲਿਆ ਗਿਆ ਹੈ, ਗਰਮੀ ਆਈ ਨਹੀਂ। ਤਾਂ ਇਹ ਰੁੱਤ ਬੜੀ ਸੁਹਾਵਣੀ ਹੈ। ਰੋਜ਼ਾਨਾ ਰਾਗੀ ਜਥਾ ਇਸ ਪੌੜੀ ਦਾ ਕੀਰਤਨ ਵੀ ਕਰਦੇ ਹਨ ਹਰ ਥਾਂ 'ਤੇ। ਬਸੰਤ ਕੀ ਵਾਰ ਮਹੱਲ ਪੰਜਵਾ ਹਰ ਕਾ ਨਾਮ ਧਿਆਇ ਕੈ ਹੋ ਹਰਿਆ ਭਾਈ ਕਰਮ ਲਖਨ ਤੇ ਪਾਈ ਹੈ ਇਹ ਰੁੱਤ ਸੁਹਾਈ। ਜਿਸ ਤਰ੍ਹਾਂ ਮਾਘ ਫੱਗਣ ਵਾਲੀ ਜਿਹੜੀ ਰੁੱਤ ਹੈ, ਪਾਤਸ਼ਾਹ ਜੀ ਦਾ ਬਚਨ ਹੈ ਬਾਣੀ ਵਿੱਚ, ਹਿਮ ਕਰ ਰੁੱਤ ਮਨ ਭਾਵਤੀ ਮਾਘ ਫੱਗਣ ਗੁਣਵੰਤ ਜੀਓ। ਸਿਆਲ ਤੋਂ ਬਾਅਦ ਜਿਹੜੀ ਇਹ ਰੁੱਤ ਆਉਂਦੀ ਹੈ, ਇਹਨੂੰ ਹਿਮਕਰ ਰੁੱਤ ਕਿਹਾ। ਇਹ ਮਨ ਨੂੰ ਬੜੀ ਚੰਗੀ ਲੱਗਦੀ ਹੈ। ਬਨਸਪਤੀ ਦੇ ਨਵੇਂ ਪੱਤੇ ਨਿਕਲਦੇ ਆ। ਮਨੁੱਖ ਦੇ ਵਿੱਚ ਇਹ ਜੋ ਮਨੁੱਖ ਜਾਮਾ ਮਿਲਿਆ, ਇਹ ਜੀਵ ਆਤਮਾ ਨੂੰ ਇਹਦੇ ਅੰਦਰ ਚੰਗੇ ਗੁਣ ਪੈਦਾ ਹੁੰਦੇ ਆ, ਕਿਉਂਕਿ ਬਾਕੀ ਤਾਂ 84 ਲੱਖ ਜੂਨ ਹੈ ਜਿਹੜੀ ਉਹ ਕੀਤੇ ਹੋਏ ਕਰਮਾਂ ਦੇ ਫਲ ਨੂੰ ਭੋਗਣ ਵਾਸਤੇ ਆਉਂਦੀ ਹੈ। ਜਿਹੋ ਜਿਹਾ ਕਰਮ ਕੀਤਾ ਪਰਮੇਸ਼ਰ ਉਹਨੂੰ ਉਹੋ ਜਿਹੇ ਸਰੀਰ ਵਿੱਚ ਪਾ ਦਿੰਦਾ।
ਫਿਰ ਉਹ ਸਰੀਰ ਦੇ ਵਿੱਚ ਵਿਚਰਦੀ ਹੋਈ ਅਨੇਕਾਂ ਤਰ੍ਹਾਂ ਦੇ ਦੁੱਖਾਂ ਨੂੰ ਸੁੱਖਾਂ ਨੂੰ ਗ੍ਰਹਿਣ ਕਰਦੀ ਹੈ, ਫਲਾਂ ਨੂੰ ਭੋਗਦੀ ਹੈ, ਕਰਮਾਂ ਨੂੰ ਭੋਗਦੀ ਹੈ। ਇਸੇ ਤਰ੍ਹਾਂ ਹੀ ਮਨੁੱਖ ਦੇ ਅੰਦਰ ਜਦੋਂ ਗੁਰੂ ਦੀ ਕਿਰਪਾ ਸਦਕਾ ਮਨੁੱਖਾ ਜਾਮਾ ਮਿਲਿਆ ਤੇ ਫਿਰ ਗੁਰੂ ਨੇ ਕਿਰਪਾ ਕੀਤੀ, ਸਤਸੰਗ ਬਖਸ਼ੀ, ਪਰਮੇਸ਼ਰ ਨੇ ਕਿਰਪਾ ਕੀਤੀ, ਗੁਰਮੁਖਾਂ ਦੀ ਸੰਗਤ ਬਖਸ਼ੀ। ਤੇ ਉਹਦੇ ਨਾਲ ਕੀ ਹੋਇਆ? ਬਸੰਤ ਕੀ ਵਾਰ ਮਹੱਲ ਪੰਜਵਾ, ਹਰਿ ਕਾ ਨਾਮ ਧਿਆਇਕੈ, ਹੋ ਹਰਿਆ ਭਾਈ, ਕਰਮ ਲਖੰਤੇ ਪਾਈਐ, ਇਹ ਰੁੱਤ ਸੁਹਾਈ। ਵਨ ਤ੍ਰਿਣ ਤ੍ਰੈ ਭਵਨ ਮੌਲਿਆ, ਅੰਮ੍ਰਿਤ ਫਲ ਪਾਈ, ਮਿਲ ਸਾਧੂ ਸੁਖ ਉਪਜੈ, ਲੱਥੀ ਸਭ ਛਾਈ। ਛਾਈ ਭਾਵ ਜਿਵੇਂ ਸਿਆਲ ਵਿੱਚ ਰੁੰਡ ਮੁੰਡ ਹੋਏ ਦਰਖਤਾਂ ਦੇ ਉੱਪਰ ਧੂੜ ਗਰਦਾ ਮਿੱਟੀ ਚੜ੍ਹ ਜਾਂਦੀ ਹੈ, ਉਸੇ ਤਰ੍ਹਾਂ ਹੀ ਮੀਂਹ ਪੈਣ ਦੇ ਨਾਲ ਉਹ ਸਾਰੀ ਲਹਿ ਜਾਂਦੀ ਹੈ। ਅਤੇ ਨਾਮ ਜਪਣ ਦੇ ਨਾਲ ਸਾਡੀ ਮੱਤ ਉੱਤੋਂ ਵਿਕਾਰਾਂ ਦੀ ਛਾਈ ਲਹਿ ਜਾਂਦੀ ਹੈ, ਸਾਡੀ ਮੱਤ ਉੱਤੋਂ ਵਿਕਾਰ ਖਤਮ ਹੋ ਜਾਂਦੇ ਹਨ ਜਦੋਂ ਅਸੀਂ ਗੁਰੂ ਦੇ ਪਿਆਰਿਆਂ ਦੀ ਸੰਗਤ ਕਰਦੇ ਹਾਂ। ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਾਘ ਮਹੀਨੇ ਰਾਹੀਂ ਬਖਸ਼ਿਸ਼ ਕਰ ਰਹੇ ਸੀ ਕੱਲ੍ਹ, ਅਤੇ ਅਗਲੇ ਸ਼ਬਦ ਵਿੱਚ ਕਹਿ ਰਹੇ ਹਨ ਕਿ ਜਦੋਂ ਜੀਵ ਦੇ ਉੱਤੇ ਇਹ ਪਿਛਲੇ 11 ਮਹੀਨਿਆਂ ਦੇ ਗੁਣ ਆ ਜਾਣ, ਪਿਛਲੇ 11 ਸ਼ਬਦ ਆਪਾਂ ਪੜ੍ਹੇ 11 ਮਹੀਨਿਆਂ ਦੇ। ਪਹਿਲਾ ਸ਼ਬਦ ਸੀ ਕਿਰਤ ਕਰਮ ਕੇ ਵਿਛੜੇ, ਕਰ ਕਿਰਪਾ ਮੇਲੋ ਰਾਮ। ਉਹ ਸਿੱਖ ਵੱਲੋਂ ਬੇਨਤੀ ਸੀ ਕਿ ਮਹਾਰਾਜ ਬੜੇ ਲੰਬੇ ਸਮੇਂ ਤੋਂ ਵਿਛੜਿਆਂ ਮਿਲਾ ਲਓ। ਫਿਰ ਪਾਤਸ਼ਾਹ ਨੇ ਸਮਝਾਉਣਾ ਸ਼ੁਰੂ ਕੀਤਾ 12 ਮਾਹਾਂ ਦੇ ਮੁਤਾਬਕ, ਚੇਤ ਪਰਮੇਸ਼ਰ ਨੂੰ ਸਿਮਰਿਆ ਕਰ, ਵੈਸਾਖ ਪਰਮੇਸ਼ਰ ਨਾਲ ਜੁੜਿਆ ਕਰ, ਤਾਂ ਇਸ ਤਰ੍ਹਾਂ ਹੌਲੀ ਹੌਲੀ ਚੱਲਦੇ ਚੱਲਦੇ ਸਤਿਗੁਰ ਨੇ ਇਹਨਾਂ 11 ਸ਼ਬਦਾਂ ਦੇ ਵਿੱਚ ਮਨੁੱਖ ਦੇ ਅੰਦਰ ਬੇਅੰਤ ਗੁਣ ਭਰਨ ਦੀ ਕਿਰਪਾ ਕੀਤੀ, ਬਖਸ਼ਿਸ਼ ਕੀਤੀ। ਜਦੋਂ ਮਨੁੱਖ ਦੇ ਅੰਦਰ, ਜਿਹੜੇ ਮਨੁੱਖ ਦੇ ਅੰਦਰ ਉਹ ਗੁਣ ਆ ਗਏ, ਹੁਣ ਬੱਚੇ ਸਕੂਲ 'ਚ ਤਾਂ ਸਾਰੇ ਪੜ੍ਹਨ ਆਉਂਦੇ ਆ, ਪਰ ਉਹਨਾਂ 'ਚੋਂ ਕੁਝ ਪਾਸ ਹੁੰਦੇ ਆ, ਕੁਝ ਫੇਲ ਹੋ ਜਾਂਦੇ ਆ, ਅਤੇ ਉਹਨਾਂ ਪਾਸ ਹੋਇਆਂ 'ਚੋਂ ਕੁਝ ਨੌਕਰੀਆਂ 'ਤੇ ਲੱਗ ਜਾਂਦੇ ਆ, ਕੁਝ ਵਿਹਲੇ ਰਹਿ ਜਾਂਦੇ ਆ। ਇਸੇ ਤਰ੍ਹਾਂ ਹੀ ਗੁਰੂ ਦੀ ਸੰਗਤ ਵਿੱਚ ਤਾਂ ਬਹੁਤ ਲੋਕ ਆਉਂਦੇ ਆ, ਪਰ ਉਹਨਾਂ 'ਚੋਂ ਕਈ ਗੁਰੂ ਦੀ ਗੱਲ ਮੰਨ ਕੇ ਪਾਸ ਹੋ ਜਾਂਦੇ ਆ, ਕਈ ਕਰਮਕਾਂਡ ਕਰਕੇ ਕੇਵਲ ਆਉਣ ਜਾਣ ਕਰਕੇ ਫੇਲ ਹੋ ਜਾਂਦੇ ਆ, ਜਿਹੜੇ ਗੱਲ ਨਹੀਂ ਮੰਨਦੇ। ਜਿਵੇਂ ਕਈ ਬੱਚੇ ਘਰੋਂ ਤਾਂ ਤੁਰਦੇ ਆ ਬਸਤਾ ਚੱਕ ਕੇ, ਮੈਂ ਸਕੂਲ ਚੱਲਿਆ ਬੇਬੇ, ਅਤੇ ਰਾਹ ਦੇ ਵਿੱਚ ਹੀ ਲੁਕ ਜਾਂਦੇ ਆ, ਕਿਧਰੇ ਪਹੁੰਚਦੇ ਹੀ ਨਹੀਂ। ਇਸੇ ਤਰ੍ਹਾਂ ਕਈ ਗੁਰੂ ਘਰ ਪਹੁੰਚੇ, ਪਰ ਉਹਨਾਂ ਦਾ ਮਨ ਕਿਤੇ ਹੋਰ ਹੀ ਪਿਆ ਰਿਹਾ, ਤਾਂ ਮਾਨੋ ਉਹ ਪਹੁੰਚੇ ਹੀ ਨਹੀਂ, ਅਤੇ ਉਹਨਾਂ 'ਤੇ ਕਿਵੇਂ ਕਿਰਪਾ ਹੋਵੇ। ਜਿਹੜੇ ਪਹੁੰਚ ਗਏ ਮਨ ਕਰਕੇ, ਤਨ ਕਰਕੇ, ਸੁਰਤ ਕਰਕੇ, ਜਿਹੜੇ ਗੁਰੂ ਚਰਨਾਂ ਵਿੱਚ ਜੁੜ ਗਏ, ਉਹਨਾਂ 'ਤੇ ਕਿਰਪਾ ਹੋਣੀ ਸ਼ੁਰੂ ਹੋਈ। ਉਹਨਾਂ ਦੇ ਅੰਦਰ ਪਿਛਲੇ 11 ਮਹੀਨਿਆਂ ਦੇ ਵਿੱਚ ਜਿਹੜੇ 11 ਗੁਣ ਸਤਿਗੁਰ ਨੇ ਬਖਸ਼ਿਸ਼ ਕੀਤੇ, ਉਹ ਭਰ ਗਏ। ਤਾਂ ਫਿਰ ਕੀ ਹੋਇਆ? ਜਿਵੇਂ ਇਸ ਮਹੀਨੇ ਵਿੱਚ ਸਾਰੀਆਂ ਡਾਲੀਆਂ ਪੱਤੀਆਂ ਨਾਲ, ਫੁੱਲਾਂ ਨਾਲ ਭਰ ਜਾਂਦੀਆਂ, ਮਨੁੱਖ ਦੇ ਅੰਦਰ ਗੁਣ ਭਰ ਗਏ। ਦੇਹੀ ਦੇ ਵਿੱਚ ਫੱਗਣ ਦਾ ਮਹੀਨਾ ਇਹਨਾਂ ਗੁਣਾਂ ਨੂੰ ਲੈ ਕੇ ਆਉਂਦਾ, ਜਿਵੇਂ ਸਤ, ਸੰਤੋਖ, ਦਇਆ, ਧਰਮ, ਵਿਚਾਰ, ਗਿਆਨ, ਪੰਜੇ ਗਿਆਨ ਇੰਦਰੀਆਂ, ਪੰਜੇ ਕਰਮ ਇੰਦਰੀਆਂ ਨੂੰ ਆਪਣੇ ਵਸ ਵਿੱਚ ਰੱਖਣਾ, ਪੰਜੇ ਪ੍ਰਾਣਾਂ ਨੂੰ ਸਿਮਰਨ ਵਿੱਚ ਲਾਈ ਰੱਖਣਾ। ਇਸ ਪ੍ਰਕਾਰ ਜਿਨ੍ਹਾਂ ਦੇ ਪਾਸ ਕਰੁਣਾ, ਮੈਤਰੀ, ਮੁਦਤਾ, ਅਪੇਖਿਆ, ਸ਼ਾਂਤੀ, ਨਿਮਰਤਾ, ਖਿਮਾ ਆਦਿਕ ਇਹ ਗੁਣ ਹਨ, ਉਹਨਾਂ ਨੂੰ ਪਰਮੇਸ਼ਰ ਦੀ ਪ੍ਰਾਪਤੀ ਦਾ ਫਲ ਬ੍ਰਹਮ ਗਿਆਨ ਪ੍ਰਾਪਤ ਹੋ ਜਾਂਦਾ। ਕੋ ਸਤਨਾਮ ਸ੍ਰੀ। ਫਲ ਗੁਣ ਅਤੇ ਗਿਆਨ ਦੇ ਵਿੱਚ ਹੀ ਆਨੰਦ ਹੈ। ਨਾ ਸੁੱਖ ਵਿੱਚ ਗ੍ਰਸਤ ਦੇ, ਨਾ ਸੁੱਖ ਛੱਡ ਗਿਆ, ਸੁੱਖ ਹੈ ਵਿੱਚ ਵਿਚਾਰ ਦੇ, ਸਤਿਗੁਰ ਸ਼ਰਨ ਪਿਆ। ਗਿਆਨ ਦੇ ਵਿੱਚ ਸੁੱਖ ਆ, ਗਿਆਨ ਦੇ ਵਿੱਚ ਸੁੱਖ ਆ। ਨਾ ਸੁੱਖ ਵਿੱਚ ਗ੍ਰਸਤ ਦੇ, ਨਾ ਸੁੱਖ ਛੱਡ ਗਿਆ, ਸੁੱਖ ਹੈ ਵਿੱਚ ਵਿਚਾਰ ਦੇ, ਸਤਿਗੁਰ ਸ਼ਰਨ ਪਿਆ। ਗਿਆਨ ਦੇ ਵਿੱਚ ਸੁੱਖ ਆ, ਗਿਆਨ ਦੇ ਵਿੱਚ ਵਿਚਾਰ ਦੇ, ਸਤਿਗੁਰ ਸ਼ਰਨ ਪਿਆ। ਗਿਆਨ ਦੇ ਵਿੱਚ ਸੁੱਖ ਆ, ਗਿਆਨ ਦੇ ਵਿੱਚ ਵਿਚਾਰ ਦੇ, ਸਤਿਗੁਰ ਸ਼ਰਨ ਪਿਆ। ਗਿਆਨ ਦੇ ਵਿੱਚ ਸੁੱਖ ਆ, ਗਿਆਨ ਦੇ ਵਿੱਚ ਵਿਚਾਰ ਦੇ, ਸਤਿਗੁਰ ਸ਼ਰਨ ਪਿਆ। ਗਿਆਨ ਦੇ ਵਿੱਚ ਸੁੱਖ ਆ, ਗਿਆਨ ਦੇ ਵਿੱਚ ਵਿਚਾਰ ਦੇ, ਸਤਿਗੁਰ ਸ਼ਰਨ ਪਿਆ। ਗਿਆਨ ਦੇ ਵਿੱਚ ਸੁੱਖ ਆ, ਗਿਆਨ ਦੇ ਵਿੱਚ ਵਿਚਾਰ ਦੇ, ਸਤਿਗੁਰ ਸ਼ਰਨ ਪਿਆ। ਗਿਆਨ ਦੇ ਵਿੱਚ ਸੁੱਖ ਆ, ਗਿਆਨ ਦੇ ਵਿੱਚ ਵਿਚਾਰ ਦੇ, ਸਤਿਗੁਰ ਸ਼ਰਨ ਪਿਆ। ਗਿਆਨ ਦੇ ਵਿੱਚ ਸੁੱਖ ਆ, ਗਿਆਨ ਦੇ ਵਿੱਚ ਵਿਚਾਰ ਦੇ, ਸਤਿਗੁਰ ਸ਼ਰਨ ਪਿਆ। ਗਿਆਨ ਦੇ ਵਿੱਚ ਸੁੱਖ ਆ, ਗਿਆਨ ਦੇ ਵਿੱਚ ਵਿਚਾਰ ਦੇ, ਸਤਿਗੁਰ ਸ਼ਰਨ ਪਿਆ। ਗਿਆਨ ਦੇ ਵਿੱਚ ਸੁੱਖ ਆ, ਗਿਆਨ ਦੇ ਵਿੱਚ ਵਿਚਾਰ ਦੇ, ਸਤਿਗੁਰ ਸ਼ਰਨ ਪਿਆ। ਗਿਆਨ ਦੇ ਵਿੱਚ ਸੁੱਖ ਆ, ਗਿਆਨ ਦੇ ਵਿੱਚ ਵਿਚਾਰ ਦੇ, ਸ
ਕਿਸੇ ਚੀਜ਼ ਦੀ ਜਿੰਨਾ ਚਿਰ ਜਾਣਕਾਰੀ ਨਹੀਂ ਉਹਨਾਂ ਚਿਰ ਅਸੀਂ ਟੈਨਸ਼ਨ ਵਿੱਚ ਹਾਂ। ਜਦੋਂ ਉਹਦਾ ਗਿਆਨ ਹੋ ਗਿਆ, ਉਹਦੀ ਜਾਣਕਾਰੀ ਹੋ ਗਈ, ਟੈਨਸ਼ਨ ਖਤਮ ਹੋ ਗਈ। ਤਾਂ ਜਿਨ੍ਹਾਂ ਦੇ ਅੰਦਰ ਇਹ 20 ਗੁਣ ਜੋ ਕ੍ਰਿਸ਼ਨ ਜੀ ਨੇ ਆਪਣੀ ਗੀਤਾ ਵਿੱਚ ਵੀ ਰੱਖੇ ਆ, ਇਹ ਗਿਆਨ ਦੀ ਸਮੱਗਰੀ ਆ। ਇਸ ਸਮੱਗਰੀ ਦੇ ਰਾਹੀਂ ਬ੍ਰਹਮ ਗਿਆਨ ਬੰਦੇ ਦੇ ਵਿੱਚ ਪ੍ਰਾਪਤ ਹੁੰਦਾ ਹੈ। ਸਭ ਤੋਂ ਪਹਿਲਾਂ ਸੱਚ ਬੋਲਣਾ, ਫਿਰ ਸੰਤੋਖ ਧਾਰਨ ਕਰਨਾ, ਫਿਰ ਜੀਵਾਂ 'ਤੇ ਦਇਆ ਕਰਨੀ। ਮਾਘ ਮਜਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ, ਹਰ ਕਾ ਨਾਮ ਧਿਆਏ ਸੁਣ ਸਭਨਾ ਨੋ ਕਰਦਾਨ, ਕਾਮ ਕ੍ਰੋਧ ਨ। ਪਾਤਸ਼ਾਹ ਜੀ ਕਹਿ ਰਹੇ ਸੀ ਪਿੱਛੇ, ਜਨਮ ਕਰਮ ਵਾਲੇ ਉਤਰੈ ਮਨ ਤੇ ਜਾਏ ਗੁਮਾਨ, ਕਾਮ ਕ੍ਰੋਧ ਨ ਮੋਹੀਐ ਬਿਨਸੈ ਲੋਭ ਸੁਆਨ। ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ, ਤੀਰਥ ਸਗਲ 68 ਤੀਰਥ ਸਗਲ ਪੁੰਨ, ਜੀ ਦਇਆ ਪ੍ਰਵਾਨ। ਦਇਆ ਤਾਂ ਜੀਵ ਦੇ ਅੰਦਰ ਦਇਆ ਆਉਣੀ ਚਾਹੀਦੀ ਆ। ਧਰਮ ਤਾਂ ਦਇਆ ਦੇ ਵਿੱਚ ਉਹੀ ਧਰਮ ਪੈਦਾ ਹੋਣਾ, ਫਿਰ ਬੰਦਾ ਧਰਮੀ ਬਣ ਸਕਦਾ ਜੇ ਦਇਆ ਹੋਵੇਗੀ। ਫਿਰ ਜਦੋਂ ਇਹ ਪੰਜੇ ਗਿਆਨ ਇੰਦਰੇ, ਜਦੋਂ ਪੰਜੇ ਇਹ ਗੁਣ ਬੰਦੇ ਵਿੱਚ ਆ ਗਏ, ਪੰਜੇ ਗਿਆਨ ਇੰਦਰੀਆਂ ਕੰਟਰੋਲ 'ਚ ਹੋ ਗਈਆਂ, ਪੰਜੇ ਕਰਮ ਇੰਦਰੇ ਕੰਟਰੋਲ 'ਚ ਹੋ ਗਏ। ਇਸੇ ਤਰ੍ਹਾਂ ਹੀ ਪੰਜੇ ਪ੍ਰਾਣ ਭਾਵ ਮਨ ਤਨ ਸੁਰਤ ਕਰਕੇ ਸਰੀਰ ਨੂੰ ਸ਼ਬਦ ਨਾਲ ਜੋੜ ਕੇ ਰੱਖਣਾ ਬੰਦੇ ਦੇ ਵਿੱਚ ਕਰਨਾ ਹੁੰਦੀ ਹੈ। ਕਿਸੇ ਦੇ ਦੁੱਖ ਨੂੰ ਦੇਖ ਕੇ ਦੁਖੀ ਹੋਣਾ, ਭਾਵ ਉਸ ਦੇ ਦੁੱਖ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਨੀ। ਮੈਤਰੀ ਭਾਵ ਮਿੱਤਰਤਾ, ਸਾਚ ਕਹੋ ਸੁਣ ਲਿਓ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਦੁਨੀਆ ਨਾਲ ਮਿੱਤਰਤਾ ਰੱਖਣੀ, ਪਿਆਰ ਰੱਖਣਾ। ਇਸੇ ਤਰ੍ਹਾਂ ਹੀ ਮੁੱਦਤਾ, ਖੁਸ਼ ਹੋਣਾ, ਦੂਜੇ ਦੀ ਚੜ੍ਹਦੀ ਕਲਾ ਵੇਖ ਕੇ ਖੁਸ਼ ਹੋਣਾ। ਇਹਦੇ ਉਲਟ ਅਗਿਆਨੀ ਜਿਹੜਾ ਦੂਜੇ ਦੀ ਚੜ੍ਹਦੀ ਕਲਾ ਵੇਖ ਕੇ ਦੁਖੀ ਹੁੰਦਾ। ਉਹ ਇੱਕ ਰਾਜਾ ਸੀਗਾ, ਰਾਜੇ ਦਾ ਪੁਰਾਣਾ ਵਜ਼ੀਰ ਬੁੱਢਾ ਹੋ ਗਿਆ ਅਤੇ ਉਹਨੇ ਨਵਾਂ ਵਜ਼ੀਰ ਰੱਖਣਾ ਸੀਗਾ। ਅਤੇ ਉਹਦੀ ਘਰ ਵਾਲੀ ਰਾਣੀਆਂ ਕਹਿਣ ਮੇਰੇ ਭਰਾ ਨੂੰ ਰੱਖਿਓ, ਕਹੇ ਮੇਰੇ ਭਰਾ ਨੂੰ ਵਜ਼ੀਰ ਬਣਾਓ, ਕਹੇ ਮੇਰੇ ਭਰਾ ਨੂੰ ਵਜ਼ੀਰ ਬਣਾਓ। ਚੱਕਰ 'ਚ ਪੈ ਗਿਆ। ਉਹ ਰਾਜੇ ਨੇ ਸਿਆਣਾ ਵਜ਼ੀਰ ਰੱਖਣਾ ਸੀਗਾ, ਇਸ ਕਰਕੇ ਚੱਕਰ 'ਚ ਪੈ ਗਿਆ। ਪੁਰਾਣੇ ਵਜ਼ੀਰ ਨੂੰ ਪੁੱਛਦਾ ਵੀ ਹੁਣ ਮੈਂ ਕੀ ਕਰਾਂ ਯਾਰ, ਤੂੰ ਦੱਸ। ਕਹਿਣ ਦੱਸਣਾ ਕੀ ਹੈ, ਇੱਕ ਜੁਗਤੀ ਵਰਤ ਲਾ। ਕਹਿੰਦੇ ਕੀ? ਕਹਿੰਦੇ ਕਿ 10 ਫੁੱਟ ਡੂੰਘਾ ਟੋਹਾ ਪੱਟ ਡੱਗੀ ਵਾਂਗੂ, ਅਤੇ ਜਿਹੜੇ ਜਿਹੜੇ ਵਜ਼ੀਰ ਬਣਦੇ ਚਾਹਵਾਨ ਹੈ ਉਹਨਾਂ ਨੂੰ ਵਿੱਚ ਤਾਰ ਦੇ, ਅਤੇ ਉਹਨਾਂ ਨੂੰ ਕਹਿ ਦੇ ਵੀ ਜਿਹੜਾ ਪਹਿਲਾਂ ਬਾਹਰ ਨਿਕਲ ਆਇਆ ਉਹੀ ਮੇਰਾ ਵਜ਼ੀਰ। ਕਹਿੰਦੇ ਫਿਰ ਦੇਖ ਲਈ, ਜਿਹੜਾ ਨਿਕਲਦਾ ਉਹਨੂੰ ਵਜ਼ੀਰ ਬਣਾ ਲਈ। ਇੱਦਾਂ ਹੀ ਕੀਤਾ। ਕਹਿੰਦੇ ਲੈ ਵੀ ਇੱਕ ਪ੍ਰੀਖਿਆ ਤੁਹਾਡੀ, ਟੈਸਟ ਹੈ। ਟੋਹਾ ਪੱਟਤਾ 10 ਫੁੱਟ ਡੂੰਘਾ, ਜਿੱਥੇ ਬੰਦੇ ਦਾ ਹੱਥ ਨਾ ਪਵੇ ਕਿਨਾਰੇ ਨੂੰ। 10 ਫੁੱਟ ਡੂੰਘਾ ਟੋਹਾ ਪੱਟਤਾ। ਹਾਂ ਵੀ ਕਿਹੜੇ ਕਿਹੜੇ ਚਾਹਵਾਨ ਹੈ ਵਜ਼ੀਰ ਬਣਦੇ, ਸਣੇ ਰਾਣੀਆਂ ਦੇ ਭਰਾ ਅਤੇ ਸਣੇ ਹੋਰ ਸਿਆਣੇ ਬੰਦੇ ਉਹਦੇ ਵਿੱਚ ਤਾਰ ਦਿੱਤੇ। ਅਤੇ ਹੁਣ ਉਹਨਾਂ ਨੂੰ ਕਹਿਤਾ ਵੀ ਜਿਹੜਾ ਪਹਿਲਾਂ ਬਾਹਰ ਨਿਕਲ ਆਇਆ ਉਸ ਨੂੰ ਅਸੀਂ ਵਜ਼ੀਰ ਬਣਾਉਣਾ ਹੈ। ਬਾਹਰ ਨਿਕਲਣਾ ਸ਼ੁਰੂ ਕੀਤਾ ਸਾਰਿਆਂ ਨੇ, ਪਰ ਜਦੋਂ ਕੋਈ ਨਿਕਲਣ ਦੀ ਕੋਸ਼ਿਸ਼ ਕਰਦਾ ਦੂਜੇ ਲੱਤ ਫੜ ਕੇ ਵਿਸਟ ਦਿੰਦੇ ਆ, ਕਹੋ ਸਤਨਾਮ ਸ੍ਰੀ। ਨਿਕਲ ਨਹੀਂ ਦਿੰਦੇ ਕਿਸੇ ਨੂੰ। ਉਹ ਕਹਿੰਦਾ ਜੇ ਬਾਹਰ ਨਿਕਲ ਗਿਆ ਅਸੀਂ ਰਹਿ ਜਾਵਾਂਗੇ। ਇਸ ਕਰਕੇ ਉਹਨਾਂ 'ਚੋਂ ਕੋਈ ਵੀ ਬਾਹਰ ਨਾ ਨਿਕਲ ਸਕਿਆ, ਸਾਰੇ ਫੇਲ ਕਰਤੇ। ਫਿਰ ਰਾਜੇ ਨੇ ਆਪਦੀ ਮਰਜ਼ੀ ਨਾਲ ਵਜ਼ੀਰ ਰੱਖ ਲਿਆ, ਕਹੋ ਸਤਨਾਮ ਸ੍ਰੀ। ਤੋ ਇਸ ਤਰ੍ਹਾਂ ਗੁਰੂ ਪਿਆਰਿਓ, ਜਦੋਂ ਮਨੁੱਖ ਦੇ ਅੰਦਰ ਦੂਸਰਿਆਂ ਨੂੰ ਵੇਖ ਕੇ ਖੁਸ਼ ਹੋਣਾ, ਦੂਸਰੇ ਦੀ ਤਰੱਕੀ ਨੂੰ ਦੇਖ ਕੇ ਖੁਸ਼ ਹੋਣਾ, ਮੁੱਦਤਾ, ਇਹ ਵੀ ਸਿੱਖ ਦੇ ਵਿੱਚ ਗੁਣ ਹੈ, ਹੋਣਾ ਚਾਹੀਦਾ। ਅਪੇਖਿਆ, ਸ਼ਾਂਤੀ, ਖਿਮਾ, ਮਾਫ ਕਰਨਾ ਆਦਿਕ ਇਹ ਗੁਣ ਹਨ। ਇਹਨਾਂ ਨੂੰ ਪਰਮੇਸ਼ਰ ਦੀ ਪ੍ਰਾਪਤੀ ਦਾ ਫਲ ਬ੍ਰਹਮ ਗਿਆਨ ਪ੍ਰਾਪਤ ਹੋ ਜਾਂਦਾ ਹੈ। ਉਹਨਾਂ ਨੂੰ ਜਿਨ੍ਹਾਂ ਦੇ ਅੰਦਰ ਇਹ 20 ਗੁਣ ਹੋ ਜਾਣ,
पिछले 11 शब्दां दे विच पातशाह ने सानू यह गुणां दी बख्शिश कीती भी इन्हां गुणां नूं धारण करो। बिन गुण कीते भगत ना होए। इन्हां गुणां तो बगैर भगती नहीं हो सकती। तो कृष्ण जी ने भी अपनी गीता दे विच ऐसा ज्ञान बख्शिश किया। खैर अज का शब्द यही कहता, जिन्हां अंदर ये गुण आ गए, फल गुण आनंद अपार जना, उन्हां दे अंदर ब्रह्म ज्ञान आ गया। इन्हां गुणां दा फल जिवें माघ फग्गण दा फल दरख्त हरे भरे हो गए, तो इन्हां गुणां दा फल मनुख दे अंदर ज्ञान प्राप्त हो गया। तो जिसनूं ज्ञान प्राप्त हो गया उसके सारे ही चिंतावां टेंशनां खत्म हो गईयां। प्रीतम जी कहते जिन्हां दे अंदर ये गुण प्राप्त हो गए उन्हां नूं की होया, फग्गण दे महीने द्वारा कथन करते हैं कि उन्हां सतपुरुषां नूं सदा एक रस रहण वाला आनंद प्राप्त हो गया। फल गुण आनंद उपार्जना, उपार्जना उत्पन्न हो गया। हर सज्जन प्रगट आए, उन्हां दे हिरदे विच परमेश्वर दा वासा हो गया, परमेश्वर प्रगट हो गया, उन्हां नूं परमेश्वर दी जानकारी हो गई। जिवें भगत नामदेव जी की गल करिए, उन्हां विच जदों ये गुण पैदा हो गए तो उन्हां नूं हरेक थां ते परमेश्वर ही दिखाई देन लग्या, होर कुछ दिसदा ही नहीं। ना कुत्ते विचों कुत्ता दिसदा है ते ना ही थाणेदार चों थाणेदार दिसदा है, सारियां विच परमेश्वर ही दिसदा। बेअंत घटनावां भगत नामदेव जी दियां इतिहास दसदा है कि 72 वारी उन्होंने प्रतੱਖ तौर पर भी दर्शन किए परमेश्वर दे। चाहे वह एक थाणेदार बन के कहना, ओ भगता गल सुन, हाँ महाराज आ मेरी घोड़ी सूपी बछेरा चक लै, कहने वधिया वगारी आ, धन्नवाद, पर मैनू ऐ दस तू है कौन? कहना दिसदा नहीं, थाणेदार है मैं। ना ना, थाणेदार दा मुगलों का इत्थे की काम है? तो द्वारकापुरी कृष्ण का इलाका है, इत्थे तो मुगल आ ही नहीं सकते, तू लाजमी कृष्ण है। असपत नजपत नरह नरिंद नामे के स्वामी मीर मुकंद, तू तो मेरा मालक मुक्ति दाता कृष्ण है। फिर हस पे, कहते वो तू मैनू इत्थे भी सियाण लिया। कहने गल ही मुकाती, जदों घट घट मैं हरजू बसै संतन कहो पुकार, फिर किहड़ा थां जिथे तू है नहीं गा। इस तरह कुत्ते नूं जदों उन्हां दे घरे वड़ गया, चक्की चट्टण लग पिया। पहलां तां पैर दब के आउंदा कुत्ता, क्यों कुत्ते का ख्याल होना भी किसी नूं पता न लग जे, खड़का ना हो जे। हौली हौली पैर दब के जो तुरदा तो मिर्ग वर्गी चाल बन जाती है। तो भगत जी बैठे देख रहे हैं, उन्होंने भजाउंदे नहीं, देखते आ कौतक तमाशा देख रहे हैं। पैर दबदा होया आया तो चक्की कोले पहुँच गया, चक्की चाटा लगे होंदा ना, चक्की कोले पहुँच गया तो भगत जी ने उसके सारे कौतक देख के शब्द उचारिया, सुरह की जैसी तेरी चाल, देवतियां वांगू किवें तुरदा हौली हौली, तेरी पूंछटी उपर झमक बाल, तेरी पूंछ उत्ते चमकारे पैंदे आ। इस घर में है सो तो ढूंढ खाए, पहला इधर उधर सुंघिया था, कोई खान पीन का समान लभ्या नहीं लभ्या, फिर चक्की कोले पहुँच गया। इस घर में है सो तो ढूंढ खाए, और किसी के मत ही जाए, पर इस रूप च किसी गुआढ़ियां दे घरे ना वग जी, डंडा मारन गया अगले। चाकी चाटा चूनो खाए, चक्की चट ला, फिर चक्की चटन लग्या, कहने चट ला। चाकी चाटा चूनो खाए, चाकी का चीथरा कहाँ ले जाए, फिर परोला बिच दिता सीगा लीर, चक्की साफ करने वाली बिचे नप दिंदियां माइयां, वो परोला खिच लिया। कहने इहदा की करेगा कपड़े का? चाकी चट है, तू आटा खा ला, जिन्ना पिया चट ला। चूनो खाए, चाकी का चीथरा कहाँ ले जाए। चक्की नूं चट्टण तो बाद फिर होर कुछ खाण नूं लभदा, इधर उधर वेख के रसोई दे ताहां एक छाबा टंगिया पिया रोटियां वाला, उहदे कन्नी झाकदा। छीके पर तेरी बहुत ਡੀਠ, कहंदे हुण तू छाबे कन्नी झाकदा। पिछे भी ख्याल रखी, मत लकड़ी सोटा पर तेरी पीठ पिछों कोई आके डला ना मारे।
ਹੁਣ ਇਹ ਗੱਲ ਮੈਂ ਪਹਿਲਾਂ ਤੁਹਾਨੂੰ ਸੁਣਾਤੀ ਕੁੱਤੇ ਦੇ ਉੱਤੇ ਭਗਤ ਜੀ ਨੇ ਉਚਾਰੀ ਹੈ, ਪਰ ਹੈ ਇਹ ਬੰਦੇ ਦੀ। ਬੰਦੇ ਨੂੰ ਕਹਿੰਦੇ ਓਏ ਤੂੰ ਦੇਵਤਿਆਂ ਵਰਗਾ ਸੀਗਾ, ਸੁਰਹ ਕੀ ਜੈਸੀ ਤੇਰੀ ਚਾਲ, ਪਹਿਲਾਂ ਤੂੰ ਦੇਵਤਾ ਹੁੰਦਾ ਸੀਗਾ। ਤੇਰੀ ਪੂੰਛ ਦੀ ਉੱਪਰ ਝਮਕ ਵਾਲ, ਤੇਰੇ ਸਰੀਰ ਤੇ ਚਮਕਾਰੇ ਪੈਂਦੇ ਸੀਗੇ, ਤੇਰਾ ਸਰੀਰ ਬੜਾ ਸੁੰਦਰ ਸੀ ਦੇਵਤਿਆਂ ਵਰਗਾ। ਪੂੰਛ ਭਾਵ ਪਿੱਛੇ, ਭਾਵ ਪਹਿਲਾਂ, ਤੇਰੇ ਜੀਵਨ 'ਚ ਬੜੀ ਆਨੰਦ ਸੀਗਾ। ਫਿਰ ਤੈਨੂੰ ਇਹ ਮਾਤ ਲੋਕ ਰੂਪੀ ਸੰਸਾਰ ਵਿੱਚ ਲਾ ਦਿੱਤਾ, ਇਸ ਘਰ ਵਿੱਚ ਆ ਗਿਆ। ਇਸ ਘਰ ਦੇ ਵਿੱਚ ਜੋ ਖਾਣ ਪੀਣ ਦਾ ਸਮਾਨ ਹੈ ਖਾ ਪੀ ਲੈ, ਤੈਨੂੰ ਕੋਈ ਰੋਕਦਾ ਨਹੀਂ। ਛੀਕੇ ਪਰ ਤੇਰੀ ਬਹੁਤ ਨੀਡ, ਪਰ ਤੂੰ ਗੁਆਂਢੀਆਂ ਦੇ ਛਾਬਿਆਂ ਤੇ ਦੂਜਿਆਂ ਦੇ ਸਮਾਨ ਤੇ ਨਿਗਾਹ ਨਾ ਰੱਖ। ਕਹੋ ਸਤਨਾਮ। ਛੀਕੇ ਪਰ, ਛੀਕਾ ਹੁੰਦਾ ਛਾਬਾ, ਭਾਵ ਬੰਦਾ ਆਪਦਾ ਸਮਾਨ ਤਾਂ ਰੱਖਦਾ ਹੀ ਰੱਖਦਾ, ਗੁਆਂਢੀਆਂ ਦੇ ਸਮਾਨ ਤੇ ਵੀ ਨਿਗਾਹ ਰੱਖਦਾ ਵੀ ਇਹ ਵੀ ਮੇਰਾ ਹੋ ਜੇ। ਫਿਰ ਕਹਿੰਦੇ ਜਮਾਂ ਦੇ ਡੰਡੇ ਪੈਣਗੇ ਜੇ ਤੂੰ ਲੋਕਾਂ ਦੇ ਸਮਾਨ ਤੇ ਨਿਗਾਹ ਰੱਖੇਂਗਾ। ਮਤ ਲੱਕੜੀ ਸੋਟਾ ਪਰੈ ਤੇਰੀ ਪੀਠ, ਇਸ ਘਰ ਮੈਂ ਹੈ ਸੋ ਤੂੰ ਢੂੰਡ ਖਾਏ। ਤੂੰ ਆਪਣੇ ਸਰੀਰ ਦੇ ਵਿੱਚੋਂ ਜੋ ਮਰਜ਼ੀ ਛਕ ਛਕਾ ਲੈ, ਤੈਨੂੰ ਰੋਕਦੇ ਨਹੀਂ। ਜੋ ਤੇਰਾ ਹਿੱਸਾ ਤੂੰ ਖਾ ਪੀ ਲੈ, ਪਰ ਲੋਕਾਂ ਦੇ ਹਿੱਸੇ ਤੇ ਨਿਗਾਹ ਨਾ ਰੱਖ। चाकी चाटा चूनो खाए, चाकी का चीथरा कहाँ ले जाए। जे तू समान इकट्ठा कर करके रखें, कहें आ भी मेरा, आ भी मेरा, फिर किहड़ा तू नाल ले जाएगा कुत्ते दे परोले वांगू। कोई सतनाम सी, उन्हें परोला खिंच लिया चक्की चो, कहने फिर किहड़ा तू ये नाल ले जाएगा। चाकी का चीथरा संसार नूं चक्की कहा है, कबीर साहब ने भी कहा नूं चक्की। कबीर चलती चाकी देख के दिया कबीरा रोए, दो पाटों के बीच में सावत बचा न कोए। दो पट किहड़े आ, एक धरती ते एक आकाश। जिवें चक्की दे दो पत्थर हुंदे आ, विचाले मोरा हुंदा है, उहदे विच लक्कड़ दी मास लगी हुंदी आ, उहदे विच दाणे माता पाउंदी आ, चक्की घुमाई जांदी आ। कबीर साहब दूर बैठे देख रहे चक्की कन्नी, ते सारे दाने पिस पिस के आटा बन के बाहर निकली जाते हैं। कबीर साहब बड़े दुखी होए, कहते बेचारा एक भी नहीं बचिया, सारे मर गए। उठे फिर नेड़े आए चक्की दे, जिथे माई दाने पाउंदी सी ना, उत्थों दी वेखिया, कहते नहीं कुछ बच गए। जिवें दान सिंह नूं कहते दान सिंह तूं सिੱਖੀ ਦਾ बीज रख लिया, महा सिंह नूं कहते एक तूं बच गया, सिੱਖੀ ਦਾ बीज माझे च रख लिया। तो कबीर साहब ने चक्की को आके देखिया, की वेखदे आ जिहड़ी विचाले लोहे की किल्ली है चक्की दे गड्डी होई, उस किल्ली दे नाल कुछ दाने लग गए, उत्थे ही घूमी जाते अगा, पत्थरां दे संध च नहीं आउंदे, वो बच गए। कहो सतनाम सी। कबीर दो पाटों के बीच में साबत बचा न कोई, चलती चाकी देख के दिया कबीरा रोए, दो पाटों के बीच में साबत बचा न कोई। इत्थे साबत बचन का मतलब है कि कोई अपने धर्म नूं कायम नहीं रख सकिया। ए संसार रूपी चक्की विच दुनिया आई, सारे ही खात्मे वल जा रहे हैं। कोई अपने आप नूं विकारां तो बचा नहीं सकिया, साबत नहीं रहा। तां गुरु प्यारिओ, खिमा निमरता मैत्री भाव, ये सारे गुण जिहड़े हन जदों मनुख दे अंदर पैदा हो जाते हैं, तो फिर उस दे अंदर परमेश्वर का ब्रह्म ज्ञान प्रगट हुंदा। जदों ब्रह्म ज्ञान प्रगट फिर सारिਆਂ ਵਿੱਚੋਂ परमेश्वर दिखाई दिंदा है। जिवें मैं बचन कर रहा सीगा, भगत नामदेव जी नूं 72 वारी थाणेदार चों भी परमेश्वर दिखाई दिंदा है, कुत्ते विचों भी दिसदा है, गां विचों भी दिसदा है। भाव उन्हां दी दिव्य दृष्टि खुल जाती है, उन्हां नूं हर थां ते परमेश्वर दिखाई दिंदा। फिर उन्हां नूं सदा एक रस रहण वाला आनंद प्राप्त हो जाता। फल गुण आनंद उपार जना, हर सज्जन प्रगट आए, संत सहाई राम के कर कृपा दिया मिलाए। कहंदे असल विच ये गल बनी किवें, परमेश्वर दे प्यारिਆਂ ਦੀ किरपा नाल। ਜਦੋਂ परमेश्वर ਦੇ ਪਿਆਰਿਆਂ ਦੀ, ਸਾਧੂ ਜਨਾਂ ਦੀ, ਗੁਰਮੁਖਾਂ ਦੀ ਸੰਗਤ ਹੋਈ, ਤਾਂ ਉਹਨਾਂ ਨੇ ਮੇਰੇ ਅੰਦਰ ਇਹ ਗੁਣ ਪੈਦਾ ਕੀਤੇ। ਕਿਉਂਕਿ ਬਿਨ ਗੁਣ ਕੀਤੇ ਭਗਤ ਨਾ ਹੋਏ। ਜਿੰਨਾ ਚਿਰ ਗੁਣ ਪੈਦਾ ਨਹੀਂ ਹੁੰਦੇ ਉਨ ਚਿਰ ਭਗਤ ਨਹੀਂ ਹੋ ਸਕਦੀ। ਭਗਤੀ ਕਰਨ ਵਾਸਤੇ ਜੇ ਅੰਦਰ ਦਇਆ ਨਹੀਂ ਹੈ, तो फिर पातशाह जी कहने कोई फायदा नहीं होना। सतगुर की प्रतीत न आई आ, शब्द न लागो भाओ, उसनो सुख न उपजै, 100 गेड़ा आओ जाओ।
ਜੇ ਅੰਦਰ ਦਇਆ ਨਹੀਂ ਹੈ ਤਾਂ ਫਿਰ ਗੱਲ ਨਹੀਂ ਬਣਨੀ। ਦਇਆ ਵੀ ਹੋਣੀ ਜ਼ਰੂਰੀ ਹੈ। ਦਇਆ ਤੋਂ ਬਿਨਾਂ ਧਰਮ ਨਹੀਂ। ਧੌਲ ਧਰਮ ਦਇਆ ਕਾ ਪੂਤ। ਜੇ ਅਸੀਂ ਧਰਮੀ ਬਣਨਾ ਹੈ ਤਾਂ ਦੂਸਰਿਆਂ ਦੇ ਪ੍ਰਤੀ ਸਾਡਾ ਨਿਮਰਤਾ ਭਾਵ, ਦਇਆ ਭਾਵ ਵੀ ਹੋਣਾ ਜ਼ਰੂਰੀ ਹੈ। ਸੰਤ ਸਹਾਈ ਰਾਮ ਕੇ, ਪਰਮੇਸ਼ਰ ਦੇ ਪਿਆਰਿਆਂ ਨੇ, ਰਾਮ ਦੇ ਪਿਆਰਿਆਂ ਨੇ ਸਹਾਇਤਾ ਕੀਤੀ, ਬਖਸ਼ਿਸ਼ ਕੀਤੀ। ਕਰ ਕਿਰਪਾ ਦੀਆ ਮਿਲਾਏ, ਕਿਰਪਾ ਕਰਕੇ ਮੇਰੇ ਅੰਦਰ ਉਸ ਪਰਮੇਸ਼ਰ ਦਾ ਵਾਸਾ ਕਰਵਾ ਦਿੱਤਾ। ਇਹ ਫੱਗਣ ਦੇ ਮਹੀਨੇ ਰਾਹੀਂ ਕਹਿੰਦੇ ਆ ਫਲ ਗੁਣ ਆਨੰਦ ਹੀ ਉਪਾਰਜਨ। ਚੰਗੇ ਗੁਣਾਂ ਦਾ ਫਲ ਕੀ ਹੋਇਆ? ਆਨੰਦ ਪ੍ਰਗਟ ਹੋ ਗਿਆ। ਅਤੇ ਆਨੰਦ ਉਹਦੇ ਪ੍ਰਗਟ ਹੋਇਆ ਜਦੋਂ ਗਿਆਨ ਹੋਇਆ। ਸੰਤ ਸਹਾਈ ਰਾਮ ਕੇ ਕਰ ਕਿਰਪਾ ਦੀਆ ਮਿਲਾਏ, ਸੇਜ ਸੁਹਾਵੀ ਸਰਬ ਸੁਖ। ਕਹਿਣ ਲੱਗੇ ਹੁਣ ਤਾਂ ਉਸ ਪਰਮੇਸ਼ਰ ਦੀ ਕਿਰਪਾ ਸਦਕਾ ਇਹ ਸਰੀਰ ਰੂਪੀ ਛੇਜਾ ਬੜੀ ਚੰਗੀ ਲੱਗਦੀ ਆ, ਮਨੁੱਖਾ ਜਨਮ। ਪਰ ਕਈਆਂ ਨੂੰ ਬੜੀ ਭੈੜੀ ਲੱਗਦੀ ਆ, ਹੈ ਨਾ। ਜਿਹੜੇ ਨਸ਼ੇ ਕਰਦੇ ਆ ਉਹ ਕਹਿੰਦੇ ਇਹ ਤਾਂ ਮਰ ਗਏ, ਹੁਣ ਨਸ਼ਾ ਨਹੀਂ ਪੂਰਾ ਹੁੰਦਾ। ਜਿਹੜੇ ਪੁੱਠੇ ਸਿੱਧੇ ਰਸਤੇ ਪੈ ਗਏ ਉਹ ਮਰਨ ਨੂੰ ਤਿਆਰ ਹੋ ਜਾਂਦੇ ਆ ਜਦੋਂ ਉਹਨਾਂ ਦਾ ਜੀਵਨ ਦੁਖੀ ਹੋ ਜਾਂਦਾ, ਸਰੀਰ ਦੁਖੀ ਹੋ ਜਾਂਦਾ। ਇਸੇ ਤਰ੍ਹਾਂ ਹੀ ਕਹਿੰਦੇ ਸਾਖਿਅਤ ਗਿਆਨ ਦੀ ਪ੍ਰਾਪਤੀ ਹੋ ਗਈ। ਹੁਣ ਮਨ ਸ਼ਾਂਤ ਹੋ ਗਿਆ, ਵਾਸ਼ਨਾਵਾਂ ਤੋਂ ਸਾਰੀਆਂ ਵਾਸ਼ਨਾਵਾਂ ਸ਼ਾਂਤ ਹੋ ਗਈਆਂ, ਵਿਕਾਰਾਂ ਦਾ ਕੋਈ ਫੁਰਨਾ ਨਹੀਂ ਆਉਂਦਾ। ਪੰਜੇ ਬੱਧੇ ਮਹਾਬਲੀ ਕਰ ਸੱਚਾ ਢੋਆ। ਇਹ ਪੰਜੇ ਵਿਕਾਰ ਵੀ ਬੰਨ੍ਹ ਲਏ ਗੁਰੂ ਦਾ ਆਸਰਾ ਲੈ ਕਰਕੇ, ਸਾਧੂਆਂ ਦੀ ਸੰਗਤ ਕਰਕੇ। ਇਹ ਵਿਰਾਗ ਵਿਵੇਕ ਖਟ ਸੰਪਤੀ ਮੋਖ ਇੱਛਾ ਸਰਬਨ ਮੰਨਣ ਨਿਧਿਆਸਨ ਆਦਿ ਗਿਆਨ ਦੀ ਪ੍ਰਾਪਤੀ ਹੋ ਗਈ। ਜਿਵੇਂ ਰੇਤੀ ਦਾ ਰੇਤਿਆ ਹੋਇਆ ਲੋਹਾ ਚੂਰਾ ਬਣ ਕੇ ਰੇਤੇ ਵਿੱਚ ਮਿਲ ਜਾਂਦਾ ਹੈ ਅਤੇ ਉਸ ਨੂੰ ਹੱਥ ਨਾਲ ਚੁੱਕਿਆ ਨਹੀਂ ਜਾ ਸਕਦਾ। ਜੇ ਉਸ ਦੇ ਨੇੜੇ ਚੁੰਬਕ ਕਰ ਦਈਏ ਤਾਂ ਉਹ ਸਾਰੇ ਕਣ ਚੁੰਬਕ ਦੇ ਵੱਲ ਆ ਜਾਂਦੇ ਆ। ਇਸੇ ਤਰ੍ਹਾਂ ਹੀ ਕਬੀਰ ਸਾਹਿਬ ਜੀ ਨੇ ਵੀ ਸਿੱਖ ਨੂੰ ਕਿਹਾ ਕਿ ਤੂੰ ਕਿਹੋ ਜਿਹਾ ਬਣ ਜਾ। ਪਹਿਲਾਂ ਕਹਿੰਦੇ ਕਬੀਰ ਰੋੜਾ ਹੋਏ ਰੋ ਬਾਟਕਾ, ਤਜ ਮਨ ਕਾ ਅਭਿਮਾਨ। ਹੰਕਾਰ ਛੱਡ ਕੇ ਰਾਹ ਦਾ ਡਲਾ ਬਣ ਜਾ। ਕੋਈ ਠੇਡਾ ਮਾਰ ਕੇ ਤੈਨੂੰ ਰੱਬ ਦੇ ਦਰ 'ਤੇ ਲੈ ਜਾਵੇ, ਫਿਰ ਕਹਿੰਦੇ ਨਹੀਂ ਯਾਰ ਤੂੰ ਠੇਡਾ ਵੱਜੂਗਾ ਤਾਂ ਉਹਨੂੰ ਦੁੱਖ ਹੋਊਗਾ। ਰੋੜਾ ਹੁਆ ਤਾਂ ਕਿਆ ਭਇਆ, ਪੰਥੀ ਕੋ ਦੁੱਖ ਦੇ, ਐਸਾ ਤੇਰਾ ਦਾਸ ਹੈ ਜਿਉਂ ਧਰਨੀ ਮੈਂ ਖੇ। ਤੂੰ ਐਂ ਕਰ ਰੇਤਾ ਬਣ ਜਾ, ਰੇਤੇ ਦੀ ਸੱਟ ਨਹੀਂ ਵੱਜਦੀ। ਉਹ ਐਸਾ ਬਣ ਜਾ, ਰੇਤੇ ਵਰਗਾ ਬਰੀਕ ਹੋ ਜਾ, ਮੁਲਾਇਮ ਹੋ ਜਾ, ਕੋਮਲ ਹੋ ਜਾ। ਪਰ ਰੇਤੇ ਵਿੱਚ ਵੀ ਕੌਗਣ ਹੈ ਕਿ ਉੱਡ ਉੱਡ ਕੇ ਸਾਡੇ ਸਰੀਰ 'ਤੇ ਲੱਗਦਾ ਹੈ ਅਤੇ ਫਿਰ ਖੁਰਕ ਪੈਦਾ ਕਰ ਦਿੰਦਾ। ਕਬੀਰ ਰੇਤਾ ਹੁਆ ਤੋ ਕਿਆ ਪਿਆ, ਜੋ ਉੱਡ ਲਾਗੈ ਅੰਗ। ਹਰਜਨ ਐਸਾ ਚਾਹੀਏ ਜੋ ਪਾਣੀ ਸਰਬੰਗ। ਐਂ ਕਰ ਪਾਣੀ ਬਣ ਜਾ। ਪਾਣੀ ਠੀਕ ਆ, ਪਾਣੀ ਨੂੰ ਜਿਹੋ ਜਿਹੇ ਭਾਂਡੇ 'ਚ ਪਾਓ ਉਹੋ ਜਿਹਾ ਬਣ ਜਾਂਦਾ, ਜਿਹੋ ਜਿਹਾ ਰੰਗ ਪਾਓ ਉਹੋ ਜਿਹਾ ਰੰਗਦਾਰ ਹੋ ਜਾਂਦਾ। ਪਰ ਕਹਿੰਦੇ ਪਾਣੀ ਵਿੱਚ ਵੀ ਇੱਕ ਔਗਣ ਹੈ। ਸਿੱਖਾਂ ਤੇਰੇ 'ਚ ਇਹ ਔਗਣ ਵੀ ਨਹੀਂ ਹੋਣਾ ਚਾਹੀਦਾ। ਪਾਣੀ ਹੁਆ ਤੋਂ ਕਿਆ ਭਇਆ, ਸੀਰਾ ਤਾਤਾ ਹੋਏ, ਕਦੇ ਗਰਮ ਕਦੇ ਠੰਡਾ, ਕਦੇ ਗੁੱਸੇ ਵਾਲਾ ਕਦੇ ਮਿੱਠਾ। ਇਹ ਵੀ ਗੱਲ ਠੀਕ ਨਹੀਂ ਹੈ। ਰਹਿਣਾ ਤਾਂ ਇੱਕ ਰਸ ਹੈ ਆਪਾਂ। ਪਾਣੀ ਹੁਆ ਤੋਂ ਕਿਆ ਭਇਆ, ਸੀਰਾ ਤਾਤਾ ਹੋਏ, ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ। ਤੂੰ ਰੱਬ ਵਰਗਾ ਹੀ ਬਣ। ਕਹੋ ਸਤਿਨਾਮ, ਜਿਹੋ ਜਿਹਾ ਰੱਬ ਹੈ ਰੱਬ ਵਰਗਾ ਹੀ ਬਣ ਜਾ। ਕਬੀਰ ਸਾਹਿਬ ਜੀ ਕਹਿੰਦੇ ਹੁਣ ਮੇਰੇ 'ਤੇ ਐਸੀ ਕਿਰਪਾ ਹੋਈ ਕਿ ਰਾਮ ਅਤੇ ਕਬੀਰ ਦੇ ਵਿੱਚ ਕੋਈ ਫਰਕ ਨਹੀਂ ਰਹਿ ਗਿਆ। ਅਬ ਤੋਂ ਜਾਏ ਚੜ੍ਹੇ, ਹੁਣ ਤਾਂ ਮੈਂ ਕਹਿੰਦੇ ਸਿਰੇ 'ਤੇ ਪਹੁੰਚ ਗਿਆ ਹਾਂ, ਪਰਮੇਸ਼ਰ ਦੇ ਚਰਨਾਂ ਵਿੱਚ ਪਹੁੰਚ ਗਿਆ ਹਾਂ। ਕੋਈ ਨਾ ਸਕੈ ਪਛਾਣੀ, ਰਾਮ ਕਬੀਰਾ ਏਕ ਭਏ ਹੈ। ਰਾਮ ਅਤੇ ਕਬੀਰ ਇੱਕ ਹੋ ਗਏ, ਹੁਣ ਕੋਈ ਫਰਕ ਨਹੀਂ ਰਹਿ ਗਿਆ। ਕਬੀਰ ਕੌਣ ਹੈ ਅਤੇ ਰਾਮ ਕੌਣ ਹੈ। ਅਬ ਤੋਂ ਜਾਏ ਚੜ੍ਹੇ ਸਿੰਘਾਸਨ, ਕੋਈ ਨਾ ਸਕੈ ਪਛਾਣੀ। ਪਰਮੇਸ਼ਰ ਦੇ ਵਿੱਚ ਮਿਲ ਗਿਆ, ਉਹਦਾ ਰੂਪ ਹੋ ਗਿਆ। ਆਪਣੇ ਆਪ ਨੂੰ ਖਤਮ ਹੀ ਕਰ ਲਿਆ। ਕੋਈ ਕਵੀ ਕਹਿੰਦਾ ਮਿਟਾ ਦੇ ਆਪਣੀ ਹਸਤੀ ਅਗਰ ਕੁਛ ਮਰਤਬਾ ਚਾਹੇ। ਮਰਤਬਾ ਹੁੰਦਾ ਪਦਵੀ। ਮਰਤਬਾ ਉਰਦੂ ਸ਼ਬਦ ਹੈ, ਸਾਡੀ ਬੋਲੀ ਮਾਲ ਵਿੱਚ ਹੈ ਪਦਵੀ।
कहने जे तू कोई मर्तबा पाना चाहना है तो अपने आप को खत्म कर दे, मिटा दे अपनी हस्ती। अगर कुछ मर्तबा चाहे हस्ती मिटाई ना। कुड़म सीगे गुरु अमरदास जी महाराज ते गुरु अंगद देव जी अपने कुड़म के कोल जाके पानी ढोंदे रहे, अपने आप को खत्म करता एक बारी। कहो सतनाम सी। हालांकि वो लड़के वाले पास्यों सीगे। गुरु अंगद देव जी की पुत्री अमरदास जी के भतीजे नूं विआही सी ते लोकां विच तां बड़ी इस गल का नक वड्डा हुंदा भी मैं मुंडे वाला, तुसीं कुड़ी वाले। कुड़ी वाले नीवें हुंदे आ भाई, मुंडे वाले उच्चे हुंदे आ। पर इत्थे तां उल्ट काम हो गया। मुंडे वाले पास्यों गुरु अमरदास जी महाराज कुड़ी वाले पासे गुरु अंगद देव जी के कोल पहुँचे। दोने कुड़म लगते सन। उन्होंने सत्कार सहित गले लाउणा चाहया, पर वो कहते नहीं, मैनू चरना च रखो, मैं शरण विच आया हाँ। सिख बनाओ, आपदा सेवक बनाओ। फिर मिटा दे अपनी हस्ती को। अगर कुछ मर्तबा चाहे, जैसे कि दाना खाक में मिलकर गुले गुलजार होता है। कणक का एक दाना असी मिट्टी विच पा दिता, धरती दे विच जिमींदार ने मन पक्की कणक बीज दिती, पर वो जिहड़ी मन कणक के दाने मिट्टी विच पाए ने, वो खत्म हो गए। पर वो अपने आप अपने वर्गे 20-20, 25-25 दाने होर पैदा कर गए। कहो सतनाम। वो आप खत्म हो गए, लेकिन अपने वर्गे होर बना गए। इस तरह ही सिखा अपने हंकार नूं त्याग दे। जे तू कोई पदवी पाउणी चाहना, तो गुरु अमरदास महाराज जी ने 12 साल अपने आप को खत्म करता। फिर नवे सिरों गुरु अंगद देव जी ने कृपा की कि बनाता निमाणिया दा मान, निताणिया दा तान, निओटियां दी ओढ़, निआसरियां दा आसरा, निगतियां दी गत, निपतियां दी पत, निधरियां दी धिर। 12 उन्होंने गुण बख्श दिते, 12 वडियाइयां दित्तियां, बेअंत वडियाइयां दित्तियां। वैसे उन्होंने अंदर पावर का कोई अंत नहीं है, था नहीं है। मन्ने की गत कही ना जाए। जिन्होंने मन्नी है उन्होंने कोई गति नहीं जान सकता भी उन्होंने किन्नी पावर है। इस करके आओ, जदों गुरु ने कृपा की, सेज सुहावी सर्ब सुख। जदों परमेश्वर के प्यारिਆਂ ने परमात्मा नाल मिला दिता, परमात्मा पति दे नाल मिलास हो गया, तो अंतश कारण हिरदा रूपी मन बुद्ध चित्त हंकार इन्हां सारे थावां ते परमेश्वर का वासा हो गया। अंतश कारण कहते हैं शरीर नूं, मन नूं, तन नूं, सुरती नूं मैं मेरी सब खत्म करके ये विच हुण ओहदा वासा हो गया। तो ये सेजा भाव शरीर भी सोहना लगन लग्या, देही भी चंगी लगन लगी, जिस करके हुण कोई दुख नहीं आउंदा। दुखां नूं कोई जगह ही नहीं है। दूजी ना ही जाए, कोई दवैत ही नहीं है। दवैत विचों दुख पैदा होया। इस करके से सुहावी सर्ब सुख। हुण दुखां ना ही जाए, जाए हुंदा थां। हुण दुखां नूं कोई थां नहीं है, इहदे विच दुख नहीं आ सकदे। उठ वंजो किल विखो, पापो भज जाओ, करता घर आया। क्योंकि इस शरीर का मालक इस शरीर विच आ गया। शरधा रूपी सेजा मन बुद्ध चित्त अहंकार ये पावे हन। अंतश करन दियां ये 4 बिरतियां गुरु प्यारिओ रूप बाहियां। प्रेम रूपी बाण और तुलता रूपी तलाई, समता रूपी विछाई। ये चारे महाबाक रूप सेजबंद कसे हुए हैं। भाव शरीर दे विच ये गुण पैदा हो गए। फल गुण आनंद उपार्जना। गल उही करनगे कि फग्गण का महीना की कहता है। जिन्हों ने पिछले 11 शब्दों के विच दसे हुए गुणों को ग्रहण कर लिया, उन्होंने वास्ते आने वाला फग्गण का महीना बड़ा सुंदर होवेगा। कहो सतनाम श्री। फल गुण आनंद उपार्जन। हुण की होया, मेरी सेज बड़ी सोहनी आ। जिस तरह कोई नवा विआह हुंदा, नवे बैड, नवे फिर गद्दे, वो सेजां बड़ियां सोहणियां। सेज सुहावी सर्ब सुखो बाहरी उधार है, पर इत्थे सेज तो भाव शरीर रूपी हिरदा रूपी सेज, जिहदे विच मालक दा वासा हो गया। हुण सारियां वस्तुआं इत्थों प्राप्त हुंदियां। इछ पुन्नी वडभागणी वर पाया हर राय। इस वडभागणी रूह नूं, इस वडभागणी सुरत नूं, इस जीव नूं कहंदे वर पति परमेश्वर मिल गया। इछ पूरे
ਮਨ ਕੰਤ ਸੁਆਮੀ, ਹੁਣ ਮੇਰਾ ਕੰਤ ਮਿਲ ਗਿਆ ਮੈਨੂੰ, ਮੇਰੀਆਂ ਸਾਰੀਆਂ ਇੱਛਾ ਪੂਰੀਆਂ ਕਰਨ ਵਾਲਾ। ਉਹ ਤਾਂ ਆਪ ਕਹਿੰਦਾ ਜੇ ਤੂੰ ਮੇਰਾ ਬਣ ਜੇ ਮੈਂ ਸਾਰਾ ਕੁਝ ਤੈਨੂੰ ਦੇ ਦਿਆਂ। ਆਪ ਸਵਾਰੇ ਮੈਂ ਮਿਲਿਆ ਸੁਖ ਹੋਏ ਫਰੀਦਾ, ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ ਹੋਏ। ਮਿਲ ਸਹੀਆਂ ਮੰਗਲ ਗਾਵਹੀ, ਗੀਤ ਗੋਬਿੰਦ ਅਲਾਏ। ਸਹੀਆਂ ਤੋਂ ਭਾਵ ਸਾਰੀਆਂ ਸਹੇਲੀਆਂ, ਵਿਆਹ ਵਿੱਚ ਸਹੇਲੀਆਂ, ਤੇ ਸਰੀਰ ਦੇ ਵਿੱਚ 5 ਕਰਮ ਇੰਦਰੇ, 5 ਗਿਆਨ ਇੰਦਰੇ, 25 ਪ੍ਰਕਿਰਤੀਆਂ, 5 ਤੱਤ। ਇਹ 40 ਦੇ 40 ਫਿਰ ਇੱਕ ਪੁਆਇੰਟ ਤੇ ਇਕੱਠੇ ਹੋਣ ਲੱਗ ਜਾਂਦੇ ਆ। ਕੰਨ ਸੁਣਦੇ ਆ, ਰਸਨਾ ਗਾਉਂਦੀ ਹੈ, ਅੱਖਾਂ ਦਰਸ਼ਨ ਕਰਦੀਆਂ, ਪੈਰ ਗੁਰੂ ਵੱਲ ਚੱਲਦੇ ਆ, ਹੱਥ ਗੁਰੂ ਦੀ ਸੇਵਾ ਕਰਦੇ ਆ। ਇਸ ਤਰ੍ਹਾਂ ਫਿਰ ਸਾਰਾ ਸਰੀਰ ਜਿਹੜਾ ਹੈ, ਇਹ 40 ਦੇ 40 ਪੁਆਇੰਟ ਸਰੀਰ ਦੇ ਜਿਹੜੇ ਹਨ ਉਸ ਇੱਕ ਨਾਲ ਜੁੜਨਾ ਸ਼ੁਰੂ ਕਰ ਜਾਂਦੇ ਹਨ। ਤਾਂ ਪਾਤਸ਼ਾਹ ਜੀ ਕਹਿੰਦੇ ਮਿਲ ਸਹੀਆਂ ਮੰਗਲ ਗਾਵਹੀ, ਗੀਤ ਗੋਬਿੰਦ ਅਲਾਏ। ਤੇ ਕਿਹਦੇ ਗੀਤ ਗਾਉਂਦੀਆਂ? ਪਰਮੇਸ਼ਰ ਦੇ। ਪੁਰਾਣੇ ਸਮਿਆਂ 'ਚ ਵਿਆਹ ਹੁੰਦਾ ਸੀ ਨਾ, ਬੀਬੀਆਂ ਗੀਤ ਗਾਉਂਦੀਆਂ ਸੀ ਵਿਆਹ ਵਾਲੇ ਘਰੇ ਬੈਠ ਕੇ, ਤੇ ਉਹਨਾਂ ਦੇ ਗੀਤਾਂ ਵਿੱਚ ਵੀ ਬਾਬੇ ਨਾਨਕ ਦਾ ਨਾਮ ਹੁੰਦਾ ਸੀ, ਗੁਰੂਆਂ ਦਾ ਨਾਮ ਹੁੰਦਾ ਸੀ। ਅੱਜ ਕੱਲ੍ਹ ਤਾਂ ਕੁਝ ਹੋਰ ਹੀ ਚੱਲ ਪਿਆ, ਡੀਜੇ ਲਾ ਦਿੰਦੇ ਆ, ਲੱਚਰ ਗਾਣੇ ਲਾ ਦਿੰਦੇ ਆ, ਨੱਚੀ ਜਾਂਦੀਆਂ, ਨਾ ਕੁਝ ਲੈਣਾ ਨਾ ਦੇਣਾ, ਨਾ ਕੁਝ ਆਉਂਦਾ ਨਾ ਜਾਂਦਾ। ਕੋਈ ਸਤਨਾਮ ਸ੍ਰੀ। ਪੁਰਾਣੇ ਸਮਿਆਂ ਦੇ ਵਿੱਚ ਤਾਂ ਪਰਮੇਸ਼ਰ ਨੂੰ ਉਹ ਬੀਬੀਆਂ ਵਿਆਹ ਦੇ ਗੀਤਾਂ ਵਿੱਚ ਵੀ ਗਾਉਂਦੀਆਂ ਸੀ, ਕੋਈ ਸਤਨਾਮ ਸ੍ਰੀ। ਗੁਰੂ ਨਾਨਕ ਨੂੰ ਯਾਦ ਕਰਦੀਆਂ ਸੀ, ਲਾੜੇ ਨੂੰ ਰਾਮ ਕਹਿ ਕੇ ਸਲਾਉਂਦੀਆਂ ਸੀ, ਰਾਮ ਵਰਗਾ। ਇਸ ਤਰ੍ਹਾਂ ਗੁਰੂ ਸਾਹਿਬ ਨੇ ਵੀ ਲਾਵਾਂ ਦੇ ਵਿੱਚ ਲਾੜੇ ਨੂੰ ਦੇਵਤਾ ਤੇ ਜਾਨੀਆਂ ਨੂੰ ਬਰਾਤੀ ਕਹਿ ਕੇ, ਬਰਾਤੀਆਂ ਨੂੰ ਦੇਵਤੇ ਕਹਿ ਕੇ ਤੇ ਲਾੜੇ ਨੂੰ ਪਰਮੇਸ਼ਰ ਕਹਿ ਕੇ ਨਵਾਜਿਆ। ਕਹੋ ਸਤਨਾਮ ਸ੍ਰੀ। ਵੀ ਲਾੜਾ ਜਿਹੜਾ ਉਹ ਪਰਮੇਸ਼ਰ ਹੈ, ਜਿਹੜੀ ਲਾੜੀ ਹੈ ਇਸਤਰੀ ਹੈ ਉਹ ਜੀਵ ਆਤਮਾ ਹੈ, ਲక్ష్ਮੀ ਹੈ, ਔਰ ਜਿਹੜੇ ਬਰਾਤੀ ਹਨ ਉਹ ਸਾਰੇ ਦੇਵਤੇ ਹਨ। ਭਾਵ ਲਾਵਾਂ ਦੇ ਵਿੱਚ ਪਾਤਸ਼ਾਹ ਨੇ ਬੜਾ ਸੋਹਣਾ ਰੂਪ ਖਿੱਚਿਆ ਹੈ ਪਰਮੇਸ਼ਰ ਦੇ ਘਰ ਦਾ। ਉਹ ਸਰੂਪ ਹੈ ਇੱਕ। ਜਿਸ ਤਰ੍ਹਾਂ ਲਾਵਾਂ ਵੇਲੇ ਲੜਕਾ ਵਿਆਹ ਕਰਕੇ, ਲਾਵਾਂ ਕਰਕੇ, ਗੁਰੂ ਦੀ ਕਿਰਪਾ ਦੇ ਲੈ ਕੇ 5-4 ਲਾਵਾਂ ਲੈ ਕਰਕੇ ਬੱਚੀ ਨੂੰ ਆਪਣੇ ਘਰ ਲੈ ਜਾਂਦਾ ਹੈ, ਇਸੇ ਤਰ੍ਹਾਂ ਹੀ ਜਦੋਂ ਇਹ ਜੀਵ ਆਤਮਾ ਗੁਰੂ ਨਾਲ ਜੁੜਦੀ ਹੈ ਤੇ ਪਰਮੇਸ਼ਰ ਲਾੜਾ ਇਹਨੂੰ ਆਪ ਦੇ ਵਿੱਚ ਲੈ ਜਾਂਦਾ ਮਿਲਾ ਕੇ। ਕਹੋ ਸਤਨਾਮ ਸ੍ਰੀ। ਉਦਾਹਰਨ ਹੈ, ਲਾਵਾਂ ਕੇਵਲ ਤੇ ਕੇਵਲ ਵਿਆਹ ਕਰਨ ਵਾਸਤੇ ਨਹੀਂ, ਸਾਡੀ ਆਤਮਾ ਤੇ ਪਰਮਾਤਮਾ ਦੇ ਮਿਲਾਪ ਦੀ ਗੱਲ ਵੀ ਉਹਨਾਂ ਵਿੱਚ ਹੈ। ਬਾਣੀ ਜਿਹੜੀ ਹੈ ਨਾ ਸਰਬ ਕਲਾ ਸਮਰੱਥ ਹੈ, ਲੋਕ ਪਰਲੋਕ ਦੇ ਕੰਮ ਸਾਰਦੀ ਆ, ਇਕੱਲੇ ਲੋਕ ਦੇ ਨਹੀਂ ਸਾਰਦੀ। 4-4 ਅਰਥ ਹੈ ਬਾਣੀ ਦੇ। ਖੈਰ ਅੱਗੇ ਚੱਲੀਏ। ਮਿਲ ਸਹੀਆਂ ਮੰਗਲ ਗਾਵਹੀ, ਗੀਤ ਗੋਬਿੰਦ ਅਲਾਏ। ਹਰ ਜਿਹਾ ਅਵਰ ਨ ਦਿਸਈ, ਕੋਈ ਦੂਜਾ ਲਵੈ ਨ ਲਾਏ। ਹੁਣ ਮੈਨੂੰ ਪਤਾ ਲੱਗਿਆ ਕਿ ਮੇਰੇ ਮਾਲਕ ਵਰਗਾ ਮੇਰੇ ਵਾਸਤੇ ਕੋਈ ਨਹੀਂ। ਮੈਨੂੰ ਕਿਸੇ ਨੇ ਲਵੇ ਨਹੀਂ ਲਾਉਣਾ, ਲਵੇ ਲਾਉਣਾ, ਨੇੜੇ ਲਾਉਣਾ, ਧੀਰਜ ਦੇਣਾ, ਸੰਭਾਲਣਾ। ਜਿਸ ਤਰ੍ਹਾਂ ਕਿਸੇ ਬੱਚੀ ਦੇ ਲਈ ਉਸ ਦਾ ਪਤੀ ਹੀ ਉਹਦਾ ਸਭ ਕੁਝ ਹੈ। ਇੱਥੋਂ ਤੱਕ ਕਿ ਉਹਨੂੰ ਪੇਕੇ ਵੀ ਸਦਾ ਨਹੀਂ ਰੱਖ ਸਕਦੇ, ਨਾਨਕੇ ਵੀ ਨਹੀਂ ਰੱਖ ਸਕਦੇ, ਭੂਆ ਵੀ ਨਹੀਂ ਰੱਖ ਸਕਦੀ, ਮਾਮੇ ਵੀ ਨਹੀਂ ਰੱਖ ਸਕਦੇ। ਕੇਵਲ ਤੇ ਕੇਵਲ ਆਪਣੇ ਪਤੀ ਕੋਲ ਹਮੇਸ਼ਾ ਸੁਖੀ ਰਹਿ ਸਕਦੀ ਆ, ਪਰ ਸ਼ਰਤ ਹੈ ਪਤੀ ਦੇ ਹੁਕਮ ਅੰਦਰ ਚੱਲ ਕੇ। ਜੇ ਪਤੀ ਦਾ ਹੁਕਮ ਵੀ ਨਾ ਮੰਨੇ ਤੇ ਫਿਰ ਵੀ ਉੱਥੇ ਨਹੀਂ ਰਿਹਾ ਜਾਣਾ। ਕੋਈ ਸਤਨਾਮ ਸ੍ਰੀ। ਆਪ ਸਵਾਰੇ ਮੈਂ ਮਿਲਿਆ ਸੁਖ ਹੋਏ ਫਰੀਦਾ, ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ ਹੋਏ। ਜੇ ਤੂੰ ਮੇਰਾ ਹੋ ਜਾਵੇਂ ਤਾਂ ਸਾਰੀ ਦੁਨੀਆ ਮੈਂ ਤੇਰੀ ਬਣਾ ਦੇ। ਇਸ ਕਰਕੇ ਹੁਣ ਤਾਂ ਮੈਨੂੰ ਐਂ ਲੱਗਦਾ ਕਿ ਮੇਰੇ ਮਾਲਕ ਵਰਗਾ ਕੋਈ ਵੀ ਨਹੀਂ ਦੁਨੀਆ ਦੇ ਵਿੱਚ। ਪ੍ਰੀਤਮ ਜੀ ਕਹਿੰਦੇ ਹਰ ਜਿਹਾ ਅਵਰ ਨਾ ਦੇਸਈ, ਕੋਈ ਦੂਜਾ ਲਵੇ ਨਾ ਲਾਏ। ਹੁਣ ਮੈਨੂੰ ਪਤਾ ਲੱਗਿਆ ਜੈਸਾ ਤੂੰ ਤੈਸਾ ਤੂੰ ਹੀ, ਕਿਆ ਉਪਮਾ ਦੀਜਾ ਹੈ। ਤੇਰੇ ਵਰਗਾ ਕੋਈ ਨਹੀਂ, ਬਸ ਤੇਰੇ ਵਰਗਾ ਤੂੰ ਹੀ ਹੈ। ਮੈਂ ਕੀ ਤੇਰੀ ਵਡਿਆਈ ਕਰਕੇ ਦੱਸਾਂ ਕਿ ਤੂੰ ਕਿਹਦੇ ਵਰਗਾ, ਤੇਰੇ ਵਰਗਾ ਹੋਰ ਹੈ ਹੀ ਨਹੀਂ। ਭਾਵ ਬੱਚੇ ਦੇ ਵਾਸਤੇ ਭਾਵੇਂ ਚਾਚੇ ਤਾਏ 100 ਹੋਣ ਪਰ ਪਿਓ ਵਰਗਾ ਕੋਈ ਨਹੀਂ। ਬੱਚੀ ਦੇ ਵਾਸਤੇ, ਇਸਤਰੀ ਵਾਸਤੇ, ਲੜਕੀ ਵਾਸਤੇ ਭਾਵੇਂ ਬਹੁਤ ਸਾਰੇ ਰਿਸ਼ਤੇਦਾਰ, ਭੈਣ ਭਰਾ, ਮਾਮੇ ਚਾਚੇ ਤਾਏ ਹੋਣ, ਪਰ ਪਤੀ ਵਰਗਾ ਕੋਈ ਨਹੀਂ ਉਹਦੇ ਲਈ। ਕੋ ਸਤਨਾਮ ਸ੍ਰੀ। ਪਤੀ ਦਾ ਘਰ ਹੀ ਉਹਦਾ ਆਪਣਾ ਘਰ ਹੈ। ਇਸੇ ਤਰ੍ਹਾਂ ਜੀਵ ਆਤਮਾ ਲਈ ਪਰਮੇਸ਼ਰ ਵਰਗਾ ਕੋਈ ਨਹੀਂ। ਜਗ ਜੀਵਨ ਪੁਰਖ ਤਿਆਗ ਕੇ
ਮਾਨਸ ਸੰਧੀ ਆਸ, ਜਿਨ੍ਹਾਂ ਨੇ ਆਪਣੇ ਮਾਲਕ ਨੂੰ ਤਿਆਗ ਕੇ ਮਨੁੱਖਾਂ ਦੀ ਆਸ ਰੱਖੀ। ਦੋ ਹੈ ਭਾਏ ਬਗੁਚੀਐ, ਗਲ ਪਈ ਸੋ ਜਮ ਕੀ ਫਾਸ। ਉਹਨਾਂ ਨੇ ਗਲਾਂ ਵੀ ਜਮਾਂ ਦੀਆਂ ਫਾਂਸੀਆਂ ਪੈ ਗਈਆਂ, ਉਹ ਦੋਨੇ ਪਾਸੇ ਹੀ ਠੱਗੇ ਗਏ। ਵਿਗੁਚਨਾ ਹੈ ਧੋਖਾ ਹੋਣਾ, ਉਹ ਦੋਨੇ ਪਾਸੇ ਠੱਗੇ ਗਏ। ਦੁਨੀਆ ਵੀ ਖਰਾਬ ਕਰ ਲਈ, ਪਰਲੋਕ ਵੀ ਖਰਾਬ ਹੋ ਗਿਆ। ਪ੍ਰੀਤਮ ਜੀ ਕਹਿੰਦੇ ਇਸ ਤਰ੍ਹਾਂ ਹਲਤ ਪਲਤ ਸਵਾਰੀਆਂ ਨਿਹਚਲ ਦਿੱਤੀਆਂ ਜਾਏ। ਮਾਲਕ ਵਰਗਾ ਮੇਰੇ ਲਈ ਕੋਈ ਨਹੀਂ, ਕਿਉਂਕਿ ਉਹਨੇ ਮੇਰਾ ਲੋਕ ਤੇ ਪਰਲੋਕ ਸੁਹੇਲਾ ਕਰਕੇ ਮੈਨੂੰ ਪੱਕਾ ਥਾਂ ਦਿੱਤਾ। ਨਿਹਚਲ, ਜਿੱਥੋਂ ਕਦੇ ਜਾਣ ਦੀ ਲੋੜ ਨਹੀਂ ਆ ਦੁਨੀਆ ਦੇ ਵਿੱਚ। ਸੱਪਾਂ ਦੀ ਉਮਰ ਭਾਵੇਂ ਲੱਖਾਂ ਸਾਲਾਂ ਦੀ ਹੈ, ਮਰਦੇ ਨਹੀਂ ਮਾਰੇ ਬਿਨਾਂ। ਇਸੇ ਤਰ੍ਹਾਂ ਹੀ ਗੁਰੂ ਪਿਆਰਿਓ, ਕਾਵਾਂ ਦੀ ਉਮਰ ਬੜੀ ਲੰਬੀ ਹੈ। 84 ਲੱਖ ਜੂਨ, ਕਿਸੇ ਦੀ ਥੋੜ੍ਹੀ ਉਮਰ ਹੈ, ਕਿਸੇ ਦੀ ਬਹੁਤੀ ਉਮਰ ਹੈ, ਪਰ ਮਰਨਾ ਸਭ ਨੂੰ ਪੈਂਦਾ। ਮਨੁੱਖ ਦੀ 100 ਸਾਲ ਦੀ ਉਮਰ ਹੈ ਅਤੇ ਮਨੁੱਖ ਨੂੰ ਵੀ ਇੱਕ ਦਿਨ ਮਰਨਾ ਪੈਣਾ। ਹੋਰ ਤਾਂ ਹੋਰ, ਮਾਰਕੰਡਾ ਰਿਸ਼ੀ ਹੋਇਆ ਜਿਸ ਦੀ ਲੱਖ ਸਾਲ ਦੀ ਉਮਰ ਸੀਗੀ। ਉਹਨੇ ਲੱਖ ਵਰ੍ਹੇ ਦੀ ਉਮਰ ਨੂੰ ਵੀ ਐਵੇਂ ਹੀ ਸਮਝਿਆ ਕਿ ਇਹ ਤਾਂ ਮੁੱਕੀ ਲੈ, ਇਸ ਕਰਕੇ ਉਹਨੇ ਕੋਈ ਘਰ ਘਾਟ ਹੀ ਨਹੀਂ ਬਣਾਇਆ। ਮਾਰ ਕੰਡੇ ਤੇ ਕੋ ਅਧਿਕਾਈ, ਜਿਨ ਤ੍ਰਿਣਤਰ ਮੂੰਡ ਬੁਲਾਏ। ਉਹਨੇ ਸਿਰ ਨੂੰ ਧੁੱਪ ਤੋਂ ਬਚਾਉਣ ਵਾਸਤੇ ਉੱਤੇ ਖਿੱਪ ਜਾ ਰੱਖ ਲਿਆ, ਕਹਿੰਦੇ ਬਸ ਇਹਦੇ ਨਾਲ ਧੁੱਪ ਨਹੀਂ ਲੱਗੂ ਸਿਰ ਨੂੰ, ਸਿਰ ਢੱਕਿਆ ਗਿਆ, ਬਸ ਇੰਨਾ ਹੀ ਬਹੁਤ ਆ। ਆਪਾਂ ਵੀ ਘਰ ਨੂੰ ਸਿਰ ਢੱਕਣੀ ਕਹਿਣੀ ਆ ਨਾ। ਉਹ ਠੀਕ ਹੈ, ਕਿਸੇ ਕੋਲੇ ਬਾਹਲੇ ਪੈਸੇ ਆ ਉਹਨੇ ਮਹਿਲ ਬਣਾ ਲਿਆ, ਕਿਸੇ ਕੋਲ ਥੋੜ੍ਹੇ ਪੈਸੇ ਉਹਨੇ ਝੌਂਪੜੀ ਪਾ ਲਈ, ਪਰ ਹੈ ਸਰ ਦਾ ਸਿਰ ਢੱਕਣ ਹੀ। ਅਤੇ ਗੁਰੂ ਪਿਆਰਿਓ, ਭਗਤ ਨਾਮਦੇਵ ਜੀ ਆਪਣੇ ਗਵਾਂਢੀ ਨੂੰ ਕਹਿੰਦੇ ਆ, ਉਹ ਗਵਾਂਢੀ ਨੇ ਕਿਤੇ ਨਾ ਭਗਤ ਜੀ ਦੇ ਥਾਂ ਵਿੱਚ ਦੀ ਕੰਧ ਸਿੱਧੀ ਕਰਕੇ ਆਪਦਾ ਪਲਾਟ ਸਿੱਧਾ ਕਰ ਲਿਆ। ਕਹਿੰਦੇ ਭਗਤ ਜੀ ਕਿਤੇ ਗਏ ਹੋਏ ਸੀਗੇ, ਮਗਰੋਂ ਉਹਦੇ ਗਵਾਂਢੀ ਨੇ ਘਰ ਪਾਇਆ ਅਤੇ ਇਹਨਾਂ ਦੇ ਘਰ ਵਿੱਚ ਦੀ ਕੰਧ ਖਿੱਚ ਲਈ ਥਾਂ ਵਿੱਚ ਦੀ। ਅਤੇ ਭਗਤ ਜੀ ਕਹਿੰਦੇ ਯਾਰ ਆਹ ਕੀ ਕਰਤਾ। ਵੈਸੇ ਇਹ ਗਿਆਨ ਬਾਹਰੀ ਹੈ ਵੀ ਅਤੇ ਅੰਦਰੂਨੀ ਵੀ ਹੈ, ਕਹਾਣੀਆਂ ਵੀ ਬਣੀਆਂ, ਸਾਖੀਆਂ ਵੀ ਹੈ। ਕੋਈ ਇਹਦਾ ਜਿਹਨੂੰ ਆਪਾਂ ਉਥਾਨਕਾ ਕਹਿੰਦੇ ਹਾਂ, ਉਥਾਨਕਾ ਵੀ ਹੁੰਦੀ ਹੈ। ਕਹਿੰਦੇ ਕੀ ਹੋ ਗਿਆ ਯਾਰ, ਤੂੰ ਸਾਡਾ ਟੇਢਾ ਕਰਤਾ, ਘਰ ਆਪਦਾ ਸਿੱਧਾ ਕਰ ਲਿਆ, ਕਰਤਾ ਤੂੰ। ਕਹਿੰਦੇ ਫਿਰ ਗਹਿਰੀ ਕਰਕੇ ਨੀਂਵ ਖੁਦਾਈ, ਉੱਪਰ ਮੰਡਪ ਛਾਏ, ਡੂੰਘੀਆਂ ਨਿਉਆਂ ਪੱਟ ਕੇ ਤੂੰ ਉੱਟੀਆਂ ਮਹਿਲਾਂ ਪਾ ਲਈਆਂ, ਕੋਠੀਆਂ ਪਾ ਲਈਆਂ, ਮਹਿਲ ਪਾ ਲਿਆ। ਕਹਿੰਦੇ ਫਿਰ ਕਹਿੰਦੇ ਗਲਤ ਕੀਤਾ। ਕਹਿੰਦੇ ਭਲਿਆ ਫਿਰ ਤੂੰ ਇਹਨਾਂ ਵਿੱਚ ਕਿੰਨਾ ਚਿਰ ਰਵੇਂਗਾ। ਮਾਰ ਕੰਡੇ ਤੇ ਕੋ ਅਧਿਕਾਈ, ਜਿਨ ਤੰਤਰ ਮੂਣ ਬੁਲਾਏ। ਉਹ ਕਹਿੰਦਾ ਲਿਆ ਜਿਹਨੂੰ ਲੈ ਕੇ ਆਉਣਾ, ਮੈਂ ਤਾਂ ਪਾ ਲਿਆ। ਭਗਤ ਜੀ ਕਹਿੰਦੇ ਕਾਹੇ ਰੇ ਨਰ ਗਰਭ ਕਰਤ ਹੋ, ਬਿਨ ਜਾਏ ਝੂਠੀ ਦੇਹੀ। ਅਤੇ ਫਿਰ ਇਹ ਸਰੀਰ ਕਿੰਨਾ ਚਿਰ ਰਹੂਗਾ, ਤੂੰ ਵੀ ਤਾਂ ਮਰ ਜਾਣਾ। ਮਾਰਕੰਡਾ ਰਿਸ਼ੀ ਲੱਖ ਵਰ੍ਹੇ ਦਾ ਸੀਗਾ, ਉਹ ਵੀ ਮਰ ਗਿਆ ਇੱਕ ਦਿਨ। ਬਿਨ ਜਾਏ ਝੂਠੀ ਦੇਹੀ, ਹਮਰੋ ਕਰਤਾ ਰਾਮ ਸਨੇਹੀ। ਸਾਡਾ ਤਾਂ ਕੋਈ ਨਹੀਂ, ਇਕੱਲਾ ਰਾਮ ਹੀ ਆ। ਮੇਰੀ ਕਹਿਰੋਂ ਕਰਤੇ ਦੁਰਯੋਧਨ ਸਹਿ ਭਾਈ। ਦੁਰਯੋਧਨ ਵਰਗੇ 100 ਭਰਾ ਸੀਗੇ ਜਿਹੜੀ ਮੇਰੀ ਕਰਦੇ ਸੀਗੇ, ਪਾਂਡਵਾਂ ਦਾ ਹੱਕ ਨੱਪ ਲਿਆ ਸੀਗਾ। ਉਹ ਕਿੰਨਾ ਕੁ ਚਿਰ ਬਚੇ। ਮਾਰਿਆ ਜੋਜਨ ਛਤਰ ਚੱਲੇ ਥਾ, ਦੇਹੀ ਗਿਰਜਨ ਖਾਈ। ਇਸ ਤਰ੍ਹਾਂ ਉਹਨਾਂ ਦਾ ਵੀ ਖਾਤਮਾ ਹੋ ਗਿਆ ਅਤੇ ਸਰੀਰਾਂ ਨੂੰ ਗਿਰਜਾਂ ਨੇ ਖਾਧਾ, ਕੋਈ ਸੰਭਾਲਣ ਵਾਲਾ ਵੀ ਨਹੀਂ ਬਚਿਆ। 1 ਲੱਖ ਪੂਟ 1.25 ਲੱਖ ਨਾਟੀ, ਤੇ ਰਾਵਣ ਘਰ ਦੀਆ ਨਾ ਬਾਟੀ। ਲੱਖਾਂ ਪੁੱਤਰ ਪੋਤਰੇ ਜਿਸ ਦੇ ਘਰ ਸਨ, ਦੀਵਾ ਜਗਾਉਣ ਵਾਲਾ ਕੋਈ ਨਹੀਂ ਬਚਿਆ। ਤੋ ਕਹਿਣ ਤੋਂ ਭਾਵ ਹੈ ਮਨੁੱਖ ਨੂੰ ਇਹ ਕਹਿੰਦੇ ਹਨ, ਭਲਿਆ ਇਸ ਸੰਸਾਰ ਦੇ ਵਿੱਚ ਮਾਲਕ ਤੋਂ ਬਗੈਰ ਤੇਰਾ ਕੋਈ ਨਹੀਂ ਗਾ। ਹਰ ਜਿਹਾ ਅਵਰ ਨਾ ਦੇਸੀ, ਕੋਈ ਦੂਜਾ ਲਵੇ ਨਾ ਲਾਏ। ਹਲਤ ਪਲਤ ਸਵਾਰੀਆਂ ਨਿਹਚਲ ਦਿੱਤੀਆਂ ਜਾਏ। ਪੱਕਾ ਟਿਕਾਣਾ ਕੇਵਲ ਅਤੇ ਕੇਵਲ ਪਰਮੇਸ਼ਰ ਦੇ ਚਰਨਾਂ ਵਿੱਚ ਹੀ ਹੈ, ਜੇ ਕੋਈ ਉਹਦੇ ਨਾਲ ਜੁੜ ਜਾਵੇ। ਨਿਹਚਲ ਦਿੱਤੀਆਂ ਜਾਏ, ਪੱਕਾ ਥਾਂ ਸੰਸਾਰ ਸਾਗਰ 'ਤੇ ਰੱਖਿਆ ਨ। ਗੁਰੂ ਨੇ ਕਿਰਪਾ ਕੀਤੀ, ਮੈਨੂੰ ਸੰਸਾਰ ਸਾਗਰ 'ਚੋਂ ਕੱਢ ਲਿਆ। ਇਹ ਸਾਗਰ ਪਾਣੀ ਦਾ ਵੀ ਹੈ, ਇਹ ਸਾਗਰ ਅੱਗ ਦਾ ਵੀ ਹੈ। ਆਸ਼ਾ ਤ੍ਰਿਸ਼ਨਾ ਦੁਇਧ ਵੈਤ ਭੱਜ ਟੌੜ ਨਿੰਦਿਆ ਚੁਗਲੀ ਈਰਖਾ ਆਦਿ, ਇਹ ਅੱਗ ਦਾ ਸਾਗਰ ਵੀ ਆ। ਗੁਰੂ ਨੇ ਕਿਰਪਾ ਕੀਤੀ, ਮੈਨੂੰ ਇਸ ਅੱਗ ਦੇ ਸਾਗਰ 'ਚੋਂ ਕੱਢ ਲਿਆ।
ਹੁਣ ਜੰਮਣਾ ਮਰਨਾ ਹੀ ਖਤਮ ਕਰ ਦਿੱਤਾ। ਮਹਾਰਾਜ ਮੈਂ ਤੇਰੀ ਕਿਵੇਂ ਸਿਫਤ ਕਰਾਂ। ਆਖਰੀ ਪੰਕਤੀ ਵਿੱਚ ਗੁਰੂ ਅਰਜਨ ਦੇਵ ਜੀ ਕਹਿੰਦੇ, ਮਹਾਰਾਜ ਮੈਂ ਤੇਰੀ ਕਿਵੇਂ ਸਿਫਤ ਕਰਾਂ। ਜਿਹਵਾ ਏਕ ਅਨੇਕ ਗੁਣ, ਮੇਰੀ ਜੀਵ ਇੱਕ ਹੈ, ਤੇਰੇ ਗੁਣ ਬੇਅੰਤ ਹਨ। ਤਰੈ ਨਾਨਕ ਚਰਨੀ ਪਾਏ, ਇਹ ਨਾਨਕ ਤੇਰੇ ਚਰਨੀ ਲੱਗਦਾ ਹੈ। ਮੈਂ ਪੂਰੇ ਗੁਣ ਨਹੀਂ ਗਾ ਸਕਦਾ। ਫਲ ਗੁਣ ਨਿਤ ਸਲਾਹੀ ਹੈ, ਜਿਸਨੋਂ ਤਿਲ ਨਾ ਤਮਾਏ। ਤਾਂ ਤੇ ਆਓ ਸਿੱਖੋ ਉਸ ਪਰਮੇਸ਼ਰ ਦੀ ਬੰਦਗੀ ਕਰੀਏ। ਫਲ ਗੁਣ ਚੰਗੇ ਗੁਣਾਂ ਨੂੰ ਪ੍ਰਾਪਤ ਕਰੀਏ, ਜਿਹੜੇ ਪਿਛਲੇ 11 ਸ਼ਬਦਾਂ ਵਿੱਚ ਦੱਸੇ, 12 ਮਾਹਾਂ 'ਚ ਦੱਸੇ, ਉਹਨਾਂ ਦਾ ਫਲ ਉਹਦੀ ਭਗਤੀ ਕਰੀਏ। ਉਹਦੀ ਭਗਤੀ ਕਰਕੇ ਧਰੂ ਅਟਲ ਅਜੂ ਨ ਟਰਿਓ। ਧਰੂ ਭਗਤ ਨੂੰ ਉਹ ਰਾਜ ਪ੍ਰਾਪਤ ਹੋ ਗਿਆ ਜਿਹੜਾ ਹਜੇ ਤੱਕ ਖਤਮ ਨਹੀਂ ਹੋਇਆ। ਰਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਪਾਤਸ਼ਾਹ ਜੀ ਕਹਿੰਦੇ, ਸੰਸਾਰ ਸਾਗਰ ਤੇ ਰੱਖਿਅਨ ਬਹੁੜ ਨ ਜਨਮੈ ਧਾਏ। ਹੁਣ ਮੈਨੂੰ ਮੁਕਤ ਕਰ ਦਿੱਤਾ, ਜੰਮਣ ਮਰਨ ਦੇ ਵਿੱਚੋਂ ਕੱਢ ਲਿਆ, ਆਉਣਾ ਜਾਣਾ ਹੀ ਮੁਕਾ ਦਿੱਤਾ, ਇੱਕ ਥਾਂ ਤੇ ਟਿਕਾਣਾ ਹੀ ਦੇ ਦਿੱਤਾ ਪੱਕਾ। ਬਹੁੜ ਨ ਜਨਮੈ ਧਾਏ, ਜਿਹਵਾ ਏਕ ਅਨੇਕ ਗੁਣ ਤਰੈ ਨਾਨਕ ਚਰਨੀ ਪਾਏ। ਇਸ ਤਰ੍ਹਾਂ ਇਹ ਜੀਵ ਜਿਹੜਾ ਹੈ ਉਹਦੇ ਗੁਣ ਗਾਉਂਦਾ ਹੋਇਆ ਉਹਦੇ ਵਿੱਚ ਜਾ ਕੇ ਮਿਲ ਗਿਆ ਹੈ। ਫਲ ਗੁਣ ਨਿਤ ਸਲਾਹੀ ਹੈ, ਜਿਸਨੋਂ ਤਿਲ ਨਾ ਤਮਾਏ। ਆਓ ਜੇ ਸਿਫਤ ਕਰਨੀ ਹੈ ਤੇ ਉਸ ਪਰਮੇਸ਼ਰ ਦੀ ਕਰੀਏ, ਜਿਸ ਨੂੰ ਤਿਲ ਜਿੰਨੀ ਵੀ ਤਮਾ ਨਹੀਂ। ਦੇਂਦਾ ਦੇ ਲੈਂਦੇ ਥੱਕ ਪਾਹੇ, ਜੁਗਾਂ ਜੁਗੰਤਰ ਖਾਹੀ ਖਾਹੇ। ਆਓ ਉਸ ਪਰਮੇਸ਼ਰ ਦੀ ਸਿਫਤ ਸਲਾਹ ਕਰੀਏ, ਜਿਹੜਾ ਤਿਲ ਮਾਤਰ ਵੀ ਤਮਾ ਨਹੀਂ ਰੱਖਦਾ, ਭਾਵ ਹਮੇਸ਼ਾ ਖੁਸ਼ ਰਹਿਣ ਵਾਲਾ। ਉਹਦੀ ਸੰਗਤ ਕਰੀਏ, ਉਹਦੇ ਵਿੱਚ ਮਿਲ ਗਏ, ਉਸੇ ਦਾ ਹੀ ਅਸੀਂ ਅੰਸ਼ ਵੰਸ਼ ਹਾਂ। ਅਤੇ ਗੁਰੂ ਦੀ ਕਿਰਪਾ ਲੈ ਕੇ ਉਹਦੇ ਨਾਲ ਜੁੜੀਏ। ਫਲ ਗੁਣ ਆਨੰਦ ਅਪਾਰ, ਜਣਾ ਹਰ ਸੱਜਣ ਪ੍ਰਗਟ ਆਏ। ਸੰਤ ਸਹਾਈ ਰਾਮ ਕੇ ਕਰ ਕਿਰਪਾ ਦੀਆ ਮਿਲਾਏ। ਸੇ ਸੁਹਾਵੀ ਸਰਬ ਸੁਖ, ਹੁਣ ਦੁੱਖਾਂ ਨਾ ਹੀ ਜਾਏ। ਦੁੱਖਾਂ ਦਾ ਖਾਤਮਾ ਹੋ ਗਿਆ। ਇਹ ਸੀ ਗੁਰੂ ਪਿਆਰਿਓ ਫੱਗਣ ਮਹੀਨੇ ਦੇ ਸ਼ਬਦ ਨੂੰ ਮੁੱਖ ਰੱਖਦਿਆਂ ਹੋਇਆਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਵੱਲੋਂ ਬ੍ਰਹਮ ਗਿਆਨ ਦੀ ਬਖਸ਼ਿਸ਼ ਉਪਦੇਸ਼। ਅੱਗੇ ਹੁਣ ਜਿਨ੍ਹਾਂ ਨੇ ਨਾਮ ਜਪਿਆ ਉਹਨਾਂ ਨੂੰ ਕੀ ਵਡਿਆਈਆਂ ਮਿਲੀਆਂ, ਇਹ ਆਪਾਂ ਕੱਲ੍ਹ ਨੂੰ ਸਰਵਣ ਕਰਾਂਗੇ। ਹੁਣ ਵਿਚਾਰਾਂ ਇੱਥੇ ਰੋਕਦੇ ਹਾਂ। ਬੋਲਦੇ ਹਾਂ ਨੇਕਾਂ ਅੱਖਰ ਬਾਅਦ।